ਤੁਸੀਂ ਨਿੱਕੀ ਜਿਹੀ ਉਮਰ ਦੇ ਵਿੱਚ ਕਿ ਜਿਸ ਉਮਰ ਦੇ ਵਿੱਚ ਹੱਲੇ ਉਹ ਬੱਚਾ ਜਿਹੜਾ ਆ ਉਹ ਹੱਲੇ ਆਪਣਾ ਸਿੱਖਦਾ ਮੁਹਾਰ ਨਹੀਂ ਸਿੱਖਦਾ, ਹੱਲੇ ਉਹਨੂੰ ਆਪਣੀ ਸਮਝ ਨਹੀਂ ਹੁੰਦੀ, ਪਰ ਉਦੋਂ ਹੀ ਛਪਣਾ ਸ਼ੁਰੂ ਕਰ ਦਿੱਤਾ ਸੀਗਾ। ਇਹ ਕਿੱਦਾਂ ਸੰਭਵ ਹੋਇਆ? 8ਵੀਂ 'ਚ ਜੇ ਸੀਗਾ ਤੇ ਮੈਂ ਕਈ ਸਾਲ ਤਾਂ ਦੱਸਿਆ ਨਹੀਂ ਕਿ ਮੈਂ ਲਿਖਦਾ ਇਹ ਤੇ ਉਹ ਮੈਂ ਭੇਜਿਆ ਅਸਲ 'ਚ ਕੁਛ ਲੱਗਾ ਹੋਣਾ ਛਪ ਗਿਆ, ਨਹੀਂ ਤਾਂ ਉਦੋਂ ਤਾਂ ਬੱਚਿਆਂ ਨੂੰ ਪ੍ਰਸਤਾਵ ਵੀ ਨਹੀਂ ਲਿਖਣੇ ਹੁੰਦੇ। HMB ਕੰਪਨੀ 'ਚ ਜ਼ਹੀਰ ਅਹਿਮਦ ਬੜਾ ਸਖਤ ਹੁੰਦਾ ਸੀਗਾ। ਮੈਂ ਸਭ ਤੋਂ 18 ਸਾਲ ਦੀ ਉਮਰ ਦਾ ਜ਼ਹੀਰ ਅਹਿਮਦ ਨਾਲ ਦੋਸਤੀ ਕਰਦਾ ਜਦੋਂ HMB ਇਕੱਲੀ ਕੰਪਨੀ ਸੀ। ਬਿਲਕੁਲ ਬਿਲਕੁਲ। ਤੇ ਜ਼ਹੀਰ ਸਾਹਿਬ ਨਾਲ ਮੇਰੇ ਬਹੁਤ ਅੱਛੇ ਰਿਲੇਸ਼ਨ ਰਹੇ ਤੇ ਕਈ ਗਾਉਣ ਵਾਲਿਆਂ ਨੂੰ ਮੈਂ ਉੱਥੇ ਵੀ ਮੌਕਾ ਲੈ ਕੇ ਦਿੱਤਾ। ਔਰ ਮੈਂ ਬਹੁਤ ਛੋਟੀ ਉਮਰ ਦਾ ਸੀ, 23 ਸਾਲ ਦਾ, ਜਦੋਂ ਅਸੀਂ ਸ਼ੌਂਕੀ ਮੇਲਾ ਜਿਹੜਾ ਆ, ਵਾਹ ਵਾਹ, ਅਸੀਂ ਮੈਂ 23 ਸਾਲ ਦਾ ਮੈਂ ਤੇ ਸ਼ੌਂਕੀ ਮੇਲਾ ਅਸੀਂ ਹਿੱਟ ਕਰਤਾ ਔਰ ਪੰਜਾਬ ਦੇ ਰਵਾਇਤੀ ਮੇਲਿਆਂ 'ਚ ਸ਼ਾਮਲ ਹੋ ਗਿਆ। ਪੰਜਾਬ ਸਰਕਾਰ ਦੇ ਜਿਹੜਾ ਕੈਲੰਡਰ ਸੀਗਾ, ਕਲਚਰਲ ਕੈਲੰਡਰ, ਉਹਦੇ 'ਚ ਜਿਹੜਾ ਉਹ ਮੇਲਾ ਸ਼ਾਮਲ ਹੋ ਗਿਆ। ਸਾਡੇ ਗੁਰਮੇਲ ਸਿੰਘ ਬੈਂਸ DC ਸਾਹਿਬ ਸੀਗੇ ਹੁਸ਼ਿਆਰਪੁਰ, ਮੈਂ ਉਹਨਾਂ ਦਾ ਬਿਨਾਂ ਹੀ ਪੁੱਛੇ ਤੋਂ ਕਹਿਤਾ ਵੀ ਜ਼ਿਲ੍ਹਾ ਹੁਸ਼ਿਆਰਪੁਰ 'ਚ ਸਰਕਾਰੀ ਛੁੱਟੀ ਹੋ ਗਈ, ਸਾਰੇ ਸਰਕਾਰੀ ਦਾਰੇ ਬੰਦ ਰਹਿਣਗੇ। ਚਲੋ ਮੇਰੀ ਉਹਨਾਂ ਨੇ ਮੋੜੀ ਨਹੀਂ, ਫਿਰ ਉਹਨਾਂ ਨੇ ਬਾਅਦ 'ਚ ਕਾਗਜ਼ੀ ਕਾਰਵਾਈ ਕਰ ਲਈ। ਸੋ ਮਤਲਬ ਇੱਦਾਂ ਹੈ ਕਿ ਕੋਈ ਛੋਟੀ ਉਮਰ 'ਚ ਕਈ ਕੁਝ ਤੇ ਔਖਾ, ਕਿਉਂਕਿ ਬਿਨਾਂ ਕਿਸੇ ਪੋਲੀਟੀਕਲ ਬੈਕਗ੍ਰਾਉਂਡ ਦੇ, ਬਿਨਾਂ ਕਿਸੇ ਅਪਰੋਚ ਦੇ। ਮੈਂ ਕਹਿੰਦਾ ਤੁਸੀਂ ਪੋਲੀਟੀਕਲ ਬੈਕਗ੍ਰਾਉਂਡ ਜਾਂ ਫਾਈਨੈਂਸ਼ੀਅਲ ਬੈਕਗ੍ਰਾਉਂਡ ਦੀ ਗੱਲ ਕਰਦੇ ਆ, ਸਾਡਾ ਤਾਂ ਬੈਕਗ੍ਰਾਉਂਡ ਤੇ ਬਾਪ ਵੀ ਨਹੀਂ ਸੀਗਾ ਜੀ। ਅਸੀਂ ਤਾਂ ਆਪਣਾ ਆਪ ਹੀ ਢਿੱਡ ਵਜਾਉਂਦੇ ਸੀ। ਜਿਹੜੇ ਲੋਕ ਅਖਬਾਰ ਪੜ੍ਹਦੇ ਸੀ ਜੀਤ ਨੂੰ, ਕਹਿੰਦੇ ਸੀ ਸ਼ਾਇਦ ਇਹ ਉੱਥੇ ਹੀ ਕੰਮ ਕਰਦਾ। ਜਿਹੜੇ ਜਦੋਂ ਮੈਂ ਲਿਸ਼ਕਾਰਾ ਪੇਸ਼ ਕਰਦਾ ਹੁੰਦਾ ਦੂਰਦਰਸ਼ਨ ਤੇ, ਉਦੋਂ ਜਿਹੜੇ ਲਿਖਦੇ ਉਹ ਕਹਿੰਦਾ ਇਹ ਪਤਾ ਨਹੀਂ ਦੂਰਦਰਸ਼ਨ ਤੇ ਲੱਗਾ ਹੋਇਆ, ਤੇ ਲੱਗਾ ਮੈਂ ਮਾਸਟਰ ਸੀਗਾ। ਅਸਲ 'ਚ ਬੇਸਿਕਲੀ ਮੈਂ ਚਾਹੁੰਦਾ ਸੀਗਾ ਮੈਂ ਗੀਤਕਾਰ ਬਣਾ। ਅੱਛਾ। ਮੈਂ ਦੇਵ ਤਰੀਕਿਆਣਾ ਨਾਲ ਬਾਅਦ 'ਚ ਮੈਂ ਉਸਤਾਦ ਵੀ ਧਾਰਨ ਗਿਆ ਸੀ। ਬਾਅਦ ਸਾਡਾ ਤਾਂ ਬਾਪੂ ਸਾਡਾ ਮਿੱਤਰ ਰਿਹਾ, ਉਹ ਮੈਨੂੰ ਕਹਿੰਦਾ ਮੈਂ ਉਹਨੂੰ ਕੋ ਉਸਤਾਦ ਧਾਰਨ ਗਿਆ। ਉਸਤਾਦ ਨਹੀਂ ਬਣੇ, ਮਿੱਤਰ ਬਣ ਗਏ। ਮਿੱਤਰ ਬਣ ਗਏ। ਮੈਂ ਕਿਸੇ ਚਿੱਠੀ ਲੈ ਕੇ ਗਿਆ, ਛੋਟਾ ਸੀ, ਮੈਨੂੰ ਤਾਂ ਇਹ ਵੀ ਨਹੀਂ ਪਤਾ ਤਰੀਕੇ ਕਿਤੇ। ਅੱਛਾ। ਤੁਸੀਂ ਦੇਖੋ ਮੈਨੂੰ ਕਿਹੜੇ ਸੰਨ 'ਚ ਕਿਹਦਾ ਤਬਾ ਆਇਆ, ਕੀ ਆ, ਕਿੰਨੇ ਗੀਤ, ਜਿਹੜੀ ਮੇਰੇ ਟਾਈਮ ਦੀ ਗਾਇਕੀ ਹੈ ਨਾ, ਉਹਦੇ 'ਚੋਂ ਮੈਨੂੰ ਮੋਰ ਦੈਨ 65% ਚਾਹੇ ਦਿਦਾਰ ਸੰਧੂ, ਕੁਲਦੀਪ ਮਾਨਕ, ਮੁਹੰਮਦ ਸਦੀਕ, ਇਹਨਾਂ ਦੇ ਗੀਤ ਜਵਾਨੀ ਯਾਦ ਹੈ। ਵਾਹ ਜੀ ਵਾਹ। ਹੁਣ ਪਹਿਲਾ ਗੀਤ ਕਿੱਦਾਂ ਰਿਕਾਰਡ ਹੋਇਆ? ਇਹ ਮੈਂ ਨਾ ਉਦੋਂ ਵੀ ਛੋਟੀ ਕਲਾਸ ਦੇ ਵਿੱਚ ਪਹਿਲਾ ਗੀਤ ਤਾਂ ਮੈਂ ਦੱਸਣਾ ਨਹੀਂ ਉਹਦਾ, ਉਹ ਜੇ ਮੈਨੂੰ ਕਹਿੰਦਾ ਮੇਰਾ ਹਲੇ ਉਹ ਪਰਦਾ ਢਕਿਆ ਆ, ਮੈਂ ਉਹ ਤਾਂ ਨਾਂ ਦੱਸੋ। ਜਾਗਰ ਕਰੇ ਕਮਾਈਆਂ ਬਾਹਰ ਮਰੇ ਟੁੱਟ ਕੇ ਮੌਜਾਂ ਘਰੇ ਜਗੀਰੋ ਲੁੱਟਦੀ ਐ, ਚੋਪੜੀਆਂ ਤੇ ਪਰੌਠੇ ਫੂਕਣੇ ਆ, ਲੱਤਾਂ ਰੋਜ਼ ਮਹੰਤ ਦੀਆਂ ਕੁੱਟਦੀ ਐ। ਪਹਿਲਾਂ ਪਤੀ ਆਵੇ ਪਿੱਛੋਂ ਪੁੱਤ ਡੱਕ ਕੇ, ਵਾਹ ਵਾਹ, ਛਿੱਲ ਦੋਹਾਂ ਦੀ ਧਨੋਂ ਉਧੇੜਦੀ ਆ, ਭੋਰੇ ਚੰਗਿਆਂ ਚੂੜੇ ਵਾਲੀਆਂ ਤੋਂ ਕੱਟ ਫੁੱਲਾਂ ਤੇ ਛੜਿਆਂ ਦੀ ਖੇਡਦੀ ਆ। ਸੋ ਮੈਂ ਏਦਾਂ, ਉਹ ਕੁੜੀ ਦਿਦਾਰ ਸੰਧੂ ਨੂੰ ਕਹਿ ਰਹੀ ਆ ਵੀ ਤੁਸੀਂ ਗੀਤ ਵੀ ਆਪ ਹੀ ਲਿਖ ਦਿਓ, ਫਿਰ ਵੀ ਨਹੀਂ ਬੋਲਿਆ। ਫਿਰ ਤੁਸੀਂ ਗਾਉਂਦੇ ਵੀ ਆਪ ਹੀ ਹੋ, ਫਿਰ ਵੀ ਨਹੀਂ ਬੋਲਿਆ। ਕਹਿੰਦੇ ਤੁੰਬੀ ਵੀ ਆਪ ਹੀ ਵਜਾਉਂਦੇ ਹੋ, ਉਹ ਫਿਰ ਵੀ ਨਹੀਂ ਬੋਲਿਆ। ਜਦੋਂ ਕਿਹਾ ਕੰਪੋਜੀਸ਼ਨ ਵੀ ਆਪ ਹੀ ਕਰਦੇ ਹੋ, ਉਹ ਬੀਬੀ ਉਹ ਕਹਿੰਦਾ ਬੀਬੀ ਤੂੰ ਕਦੇ ਸਾਨੂੰ ਐਵੇਂ ਸਮਝਦੀ। ਤੇ ਪੱਤਰਕਾਰੀ ਦਾ ਉਹ ਵੀ ਰੰਗ ਮਾਣਿਆ ਕਿ ਜਦੋਂ ਆਪ ਪਹੁੰਚ ਕੇ ਫੋਟੋ ਖਿੱਚਣੀ ਆ, ਫੋਟੋ ਫਿਰ ਫੜਾ ਕੇ ਵੀ ਆਉਣੀ ਆ, ਲਿਖਣਾ ਵੀ ਆ, ਸਾਰਾ ਕੁਝ ਉੱਥੇ ਜਾ ਕੇ ਕਰਨਾ ਵੀ ਆ, ਸਾਰਾ ਕੁਝ ਕੰਮ ਦੌੜ ਭਜਾਈ ਵਾਲਾ ਸੀਗਾ। ਅੱਜ ਤਾਂ ਘਰ ਬੈਠੇ ਆ, ਤੁਸੀਂ ਜਿੱਦਾਂ ਮਰਜ਼ੀ ਈਮੇਲ ਤੇ ਭੇਜ ਦਿਓ, WhatsApp ਰਾਹੀਂ ਭੇਜ ਦਿਓ। ਇਹ ਦੋਨੋਂ ਪੱਤਰਕਾਰੀਆਂ ਦੇ ਰੰਗ ਤੁਸੀਂ ਦੇਖੇ ਆ। ਅਜੋਕੇ ਸਮੇਂ ਦੀ ਪੱਤਰਕਾਰੀ ਤੁਹਾਨੂੰ ਕਿਹੋ ਜਿਹੀ ਲੱਗਦੀ ਆ? ਪੱਤਰਕਾਰੀ ਕੋਈ ਸਧਾਰਨ ਵਰਤਾਰਾ ਨਹੀਂ ਹੈਗਾ। ਪੱਤਰਕਾਰੀ ਬਹੁਤ ਜ਼ਿੰਮੇਵਾਰੀ ਗੱਲ ਹੈ। ਮੈਂ ਹੁਣ ਵੀ ਜਦੋਂ ਮੈਂ ਲੰਬੇ ਥੋੜ੍ਹੇ ਆਰਟੀਕਲ ਕਈ ਵਾਰੀ ਲਿਖਦਾ, ਕਈ ਕਿ ਮੈਂ ਪਾਕਿਸਤਾਨ ਵਾਲੇ, ਜਦੋਂ ਮੈਂ ਪਾਕਿਸਤਾਨ ਗਿਆ ਮੈਂ 4 ਕਿਸ਼ਤਾਂ ਲਿਖਿਆ। ਲੋਕਾਂ ਨੇ ਮੈਨੂੰ ਇਹ ਕਿਹਾ ਵੀ ਬਹੁਤ ਮਾੜਾ ਕੀਤਾ। ਮੈਂ ਡਰ ਗਿਆ, ਮੈਂ ਕਿਹਾ ਕੀ ਹੋਇਆ? ਕਹਿੰਦੇ 40 ਕਿਸ਼ਤਾਂ ਦਾ ਲਿਖਣੀਆਂ ਸੀ। ਜਦੋਂ ਪੜ੍ਹਨ ਦਾ ਸਵਾਦ ਆਇਆ, ਥੋੜ੍ਹੀਆਂ ਕਿਸ਼ਤਾਂ ਮੁੱਕ ਗਈਆਂ। ਅੱਜ ਤੱਕ ਮੈਨੂੰ ਕਿਸੇ ਬੰਦੇ ਨੇ ਇਹ ਨਹੀਂ ਕਿਹਾ ਵੀ ਛੱਡ ਪਰੇ ਯਾਰ, ਆ ਗੱਲ ਨਹੀਂ ਬਣੀ ਜੀ। ਮੈਂ ਕਿਸੇ ਵੀ ਲਿਖਤ 'ਚ ਪੁਰਾਣਾ ਸ਼ਬਦ, ਪੁਰਾਣਾ ਮੁਹਾਵਰਾ ਤੇ ਪੁਰਾਣੀ ਗੱਲ ਨਹੀਂ ਵਰਤੀ ਜੀ। ਔਰ ਜਲੰਧਰ ਦੂਰਦਰਸ਼ਨ ਜੀ, ਜਿਹੜੀ ਬ੍ਰੌਡਕਾਸਟਰ ਦੀ ਤੁਸੀਂ ਗੱਲ ਕੀਤੀ ਨਾ, ਉਹ ਮੈਂ ਸਮਝਦਾ ਵੀ ਮੈਨੂੰ ਜਲੰਧਰ ਦੂਰਦਰਸ਼ਨ ਨੇ ਬਹੁਤ ਕੁਛ ਸਿਖਾਇਆ, ਬਹੁਤ ਕੁਛ ਦਿੱਤਾ। ਪੜ੍ਹਦੇ ਹੁੰਦੇ ਸੀ ਵੀ ਨਾਂ ਲਿਖਿਆ LP ਰਿਕਾਰਡ ਦੇ ਉੱਪਰ ਕਿ ਬਾਬੂ ਸਿੰਘ ਮਾਨ, ਦੇਵ ਤਰੀਕਿਆਂ ਵਾਲਾ, ਜਨਾਦਲਾ ਨੂਰਪੁਰੀ। ਤੁਸੀਂ ਸੋਚਦੇ ਸੀ ਕਿ ਯਾਰ ਇਹ ਬੰਦੇ ਬਹੁਤ ਅਮੀਰ ਹੋਣੇ ਆ। ਉਹ ਦੱਸਦੇ ਹੋ ਵੀ ਉਹ ਸੱਚ ਸੀ ਜਾਂ ਵਹਿਮ ਸੀ? ਨਹੀਂ ਦੇਖੋ, ਅਮੀਰੀ ਜਿਹੜੀ ਹੈ ਨਾ ਉਹ ਚੰਗੇ ਸੰਬੰਧਾਂ ਦੀ ਹੈ। ਪਹਿਲੀ ਗੱਲ, ਤੁਸੀਂ ਜਿੰਨਾ ਮੈਂ ਸਫ਼ਰ ਕਰਦਾ, ਜਿੰਨਾ ਮੈਂ ਤੁਰਿਆ ਫਿਰਦਾ ਦੁਨੀਆ, ਮੇਰੇ ਕੋਲ ਤਾਂ ਪੈਸਾ ਹੀ ਹੈ ਨਹੀਂ। ਪਰ ਤੁਸੀਂ ਮੈਨੂੰ ਪੁੱਛ ਕੇ ਦੇਖੋ ਮੈਂ ਚੋਂ ਘਟਿਆ ਗਿਆ ਕਿ ਸ਼ੇਰਾਂ ਦੀਆਂ ਬੈਠਕਾਂ 'ਚ ਗਿੱਦੜਾਂ ਨੇ ਵਾਸ ਕੀਤਾ, ਪੁੱਛ ਪ੍ਰਤੀਤ ਹੁਣ ਬਾਂਦਰਾਂ ਦੀ ਲੱਗ ਪਈ। ਵਾਹ। ਕੌਣ ਇਹ ਬਜਾਊ ਛੇਤੀ ਬੋੜੀ ਵੇ ਤਬੀਬਾ, ਜਿਹੜੀ ਦੁਨੀਆ ਤੇ ਮੱਚੀ ਚੌਹਾਂ ਪਾਸਿਆਂ ਤੋਂ ਅੱਗ ਪਈ। ਹਾਕਮ ਹਕੂਮਤਾਂ ਦੇ ਨਸ਼ੇ ਵਿੱਚ ਗੁੱਟ ਹੋਏ, ਗੰਗਾ ਹੁਣ ਸੱਚੀ ਹੈ ਪਿਓਏ ਵੱਲ ਵਗ ਪਈ, ਬਾਪ ਦੀ ਲਾ ਪੱਗ ਪੁੱਤ ਪੈਰਾਂ ਹੇਠ ਰੋਲਦੇ ਨੇ, ਭੈਣ ਬੇਪਤ ਹੁਣ। ਵਾਹ, ਬਹੁਤ ਅੱਛਾ।
ਜ਼ਿੰਦਗੀ ਮੇਲ ਜਾਂਦੀ ਹੈ, ਜ਼ਿੰਦਗੀ ਵਿਛੋੜ ਦਿੰਦੀ ਹੈ। ਬੰਦਾ ਖੁਦ ਨੂੰ ਖਿਡਾਰੀ ਸਮਝਦਾ ਪਰ ਜ਼ਿੰਦਗੀ ਬੰਦੇ ਨਾਲ ਖੇਲ ਜਾਂਦੀ ਹੈ। ਇਹ ਜ਼ਿੰਦਗੀ ਦੇ ਖੇਲ ਦੇ ਵਿੱਚ ਬੜੇ ਖਿਡਾਰੀ ਮਿਲਦੇ ਨੇ, ਪਰ ਉਹਨਾਂ ਖਿਡਾਰੀਆਂ ਨੂੰ ਕਿ ਜਿਨ੍ਹਾਂ ਦੇ ਕੋਲ ਹਰ ਇੱਕ ਚੀਜ਼ ਦਾ ਤਜਰਬਾ ਹੋਵੇ, ਅਸੀਂ ਟੋਲ ਕੇ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਲਾਈਵ ਪੰਜਾਬੀ ਟੀਵੀ ਤੇ ਤੁਹਾਡਾ ਸਾਰਿਆਂ ਦਾ ਖੈਰ ਮਕਦਮ। ਮੈਂ ਹਾਂ ਚਰਨਜੀਤ ਜੋਗੀ ਤੇ ਅੱਜ ਅਸੀਂ ਉਸ ਸ਼ਖਸ ਨੂੰ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਕਿ ਜਿਹੜੇ ਕਾਲਮ ਨਵੀਸ ਵੀ ਨੇ, ਪੱਤਰਕਾਰ ਵੀ ਨੇ, ਲੇਖਕ ਵੀ ਨੇ, ਗੀਤਕਾਰ ਵੀ ਨੇ, ਰੇਡੀਓ ਟੀਵੀ ਬ੍ਰੌਡਕਾਸਟਰ ਵੀ ਨੇ। ਕਹਿਣ ਦਾ ਮਤਲਬ ਕਿ ਹਰ ਇੱਕ ਥਾਂ ਦੇ ਉੱਪਰ ਉਹਨਾਂ ਨੇ ਹੱਥ ਪਾਇਆ ਤੇ ਘੁੱਟ ਕੇ ਪਾਇਆ, ਮਜ਼ਬੂਤੀ ਦੇ ਨਾਲ ਪਾਇਆ ਤੇ ਆਪਣਾ ਕਦਮ ਜਿੱਥੇ ਵੀ ਟਿਕਾਇਆ ਉੱਥੇ ਇੱਕ ਨਵਾਂ ਮੁਕਾਮ ਬਣਾਇਆ। ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਐਸ ਅਸ਼ੋਕ ਭੌਰਾ ਜੀ ਦੇ ਨਾਲ। ਭੌਰਾ ਜੀ, ਸਭ ਤੋਂ ਪਹਿਲਾਂ ਤੇ ਸਵਾਗਤ। ਤੇ ਮੈਨੂੰ ਜੋਗੀ ਜੀ ਚੰਗਾ ਲੱਗ ਰਿਹਾ ਕਿਉਂਕਿ ਕਈ ਲੋਕਾਂ ਦੀ ਤੁਸੀਂ ਜਿਵੇਂ ਜ਼ਿੰਦਗੀ ਦੀ ਗੱਲ ਦੱਸੀ ਹੈ ਜੀ, ਤੁਸੀਂ ਵੀ ਤਲਾਸ਼, ਅਸੀਂ ਵੀ ਤਲਾਸ਼ 'ਚ ਰਹਿੰਦੇ ਹਾਂ ਕੋਈ ਚੰਗਾ ਮਿਲੇ, ਅਸੀਂ ਕੁਝ ਗ੍ਰਹਿਣ ਕਰ ਸਕੀਏ ਤੇ ਇੱਕ ਚੰਗੀ ਗੱਲਬਾਤ ਦਾ ਮਾਹੌਲ ਸਿਰਜਿਆ ਜਾ ਸਕੇ। ਬਿਲਕੁਲ ਜੀ, ਕਿਉਂਕਿ ਅਸੀਂ ਤੁਹਾਡੀ ਜ਼ਿੰਦਗੀ ਦੇ ਤਜਰਬਿਆਂ ਦੇ ਵਿੱਚੋਂ ਜੇਕਰ ਅਸੀਂ ਤਜਰਬੇ ਕਰੀਏ, ਸਾਡੀ ਜ਼ਿੰਦਗੀ ਬਹੁਤ ਛੋਟੀ ਹੈ, ਤੁਹਾਡੇ ਤਜਰਬਿਆਂ ਦੇ ਕੋਲੋਂ ਸਿੱਖ ਲਈਏ ਉਹ ਸਾਡੇ ਲਈ ਬੜੇ ਨਹੀਂ ਮਾਣ ਵਾਲੀ ਗੱਲ ਹੋਊਗੀ। ਔਰ ਰੋਜ਼ ਸਿੱਖਦਾ ਕਿਉਂਕਿ ਤੁਸੀਂ ਨਿੱਕੀ ਜਿਹੀ ਉਮਰ ਦੇ ਵਿੱਚ ਕਿ ਜਿਸ ਉਮਰ ਦੇ ਵਿੱਚ ਹੱਲੇ ਉਹ ਬੱਚਾ ਜਿਹੜਾ ਆ ਉਹ ਹੱਲੇ ਆਪਣਾ ਸਿੱਖਦਾ, ਮੁਹਾਰ ਨਹੀਂ ਸਿੱਖਦਾ, ਹੱਲੇ ਉਹਨੂੰ ਆਪਣੀ ਸਮਝ ਨਹੀਂ ਹੁੰਦੀ, ਪਰ ਉਦੋਂ ਹੀ ਛਪਣਾ ਸ਼ੁਰੂ ਕਰ ਦਿੱਤਾ ਸੀਗਾ। ਇਹ ਕਿੱਦਾਂ ਸੰਭਵ ਹੋਇਆ? ਦੇਖੋ ਮੇਰੇ ਖਿਆਲ 'ਚ ਹੈ ਨਾ ਕਿ ਜੋ ਕੁਝ ਤੁਹਾਡੀਆਂ ਹਾਲਾਤ ਜਿਹੜੇ ਨੇ ਉਹ ਹਾਲਾਤ ਬੰਦੇ ਨੂੰ ਬਹੁਤ ਪਾਸੇ ਲੈ ਕੇ ਜ਼ਿਆਦਾ ਚਲੇ ਜਾਂਦੇ ਨੇ, ਹੈ ਨਾ। ਕਈ ਵਾਰੀ ਤੁਸੀਂ ਕਲਪਨਾ ਨਹੀਂ ਕੀਤੀ ਹੁੰਦੀ ਵੀ ਉੱਧਰ ਚਲੇ ਜਾਓਗੇ। ਮੈਂ ਨਾ ਮੇਰੇ ਘਰ ਦੀ ਗਰੀਬੀ ਜੇ ਮੈਂ ਕੋਈ ਉਲਾ ਨਹੀਂ ਰੱਖਦਾ ਸੀ। ਫਿਰ ਇੱਕ ਮੇਰੇ ਸਾਡੀ ਟ੍ਰੈਜਡੀ ਇਹ ਸੀਗੀ ਕਿ ਮੈਂ ਬਹੁਤ ਤਿੰਨ ਸਾਲ ਦਾ ਹੋਊਂਗਾ ਜਦੋਂ ਸਾਡੇ ਫਾਦਰ ਸਾਹਿਬ ਚਲੇ ਗਏ ਤੇ ਕੋਈ ਚਾਚਾ ਤਾਇਆ ਨਹੀਂ ਸੀਗਾ, ਮਾਂ ਸਾਡੀ ਇਕੱਲੀ। ਉਸ ਵੇਲੇ ਜਿੱਦਾਂ ਮਤਲਬ ਸਾਡੀ ਇੱਕ ਰਿਸਪੌਂਸਿਬਿਲਿਟੀ ਸੀ ਵੀ ਮੈਂ ਇਹ ਸਿੱਖਿਆ ਸੀ ਕਿ ਜਿਸ ਮਾਂ ਨੇ ਪਿਓ ਤੋਂ ਬਿਨਾਂ ਆਪਣੀ ਔਲਾਦ ਪਾਲੀ ਆ, ਉਹ ਔਲਾਦ ਜ਼ਿੰਮੇਵਾਰ ਬਹੁਤ, ਅਸੀਂ ਸਾਰੇ ਜ਼ਿੰਮੇਵਾਰ ਆ ਜੀ। ਤੇ ਮੈਨੂੰ ਇੱਦਾਂ ਲੱਗਦਾ ਸੀਗਾ ਵੀ ਕਿ ਸਾਡੇ ਕੋਲ ਕੋਈ ਫੈਕਟਰੀ ਵੀ ਨਹੀਂ, ਕੁਝ ਵੀ ਨਹੀਂ ਹੈਗਾ, ਗਰੀਬੀ ਆ ਵੀ ਕਿਤੇ ਪਤਾ ਨਹੀਂ। ਮੈਂ ਤਾਂ ਅਖਬਾਰਾਂ ਪੜ੍ਹਦਾ, ਅਖਬਾਰਾਂ ਅਸਲ 'ਚ ਪੜ੍ਹਨ ਲੱਗ ਪਿਆ। ਮੈਂ ਸਕੂਲੇ ਵੀ ਜਦੋਂ 6ਵੀਂ 7ਵੀਂ ਸੀ ਨਾ, ਵੀ ਮੈਂ ਅਧਿਆਪਕਾਂ ਤੋਂ ਕਿਤੇ ਟੇਬਲ 'ਤੇ ਇਕੱਲੀ ਕਿਤੇ ਅਖਬਾਰ ਪਈ ਹੁੰਦੀ ਸੀ, ਹਿੰਮਤ ਤਾਂ ਨਹੀਂ ਹੁੰਦੀ ਸੀ, ਪਰ ਫਿਰ ਵੀ ਚੱਕ ਕੇ ਵੇਖ ਲੈਂਦੇ ਸੀਗੇ। ਤੇ ਮੈਨੂੰ ਇਹ ਲੱਗਦਾ ਵੀ ਜੇ ਅਖਬਾਰ 'ਚ ਕਿਤੇ ਨਾਂ ਨੂੰ ਛਪ ਕੋਈ ਸ਼ਾਇਦ ਇੱਦਾਂ ਕਹਿੰਦੇ ਪੈਸੇ ਬਹੁਤ ਮਿਲਦੇ, ਮੈਨੂੰ ਇੱਦਾਂ ਕਹਿੰਦੇ ਨਾ, ਉਹ ਮੈਂ ਇਸ ਚੱਕਰ 'ਚ ਪੈ ਗਿਆ। ਅੱਛਾ, ਉਦੋਂ ਵਧੀਆ ਗੱਲ ਇਹ ਸੀਗੀ ਵੀ ਤੁਹਾਡੀ ਗੱਲ ਸਹੀ ਆ ਵੀ ਮੈਂ ਜ਼ਿੰਦਗੀ 'ਚ ਕਈ ਉਮਰ ਦੇ ਹਿਸਾਬ ਨਾਲ ਕਈ ਘਟਨਾਵਾਂ ਮੇਰੇ ਨਾਲ ਚੰਗੀਆਂ ਜੁੜੀਆਂ ਵੀ ਮੈਂ ਬੜੀ ਛੋਟੀ ਉਮਰ 'ਚ ਜੇ ਲਿਖਣ ਵਾਲੀ ਗੱਲ ਹੈ ਕਿ ਮੈਂ ਸ਼ਾਇਦ 8-9ਵੀਂ 'ਚ ਹੋਇਆ ਸੀ, 8ਵੀਂ 'ਚ ਹੋਇਆ ਸੀਗਾ ਜਾਂ 8ਵੀਂ 'ਚ ਜੇ ਸੀਗਾ। ਤੇ ਮੈਂ ਕਈ ਸਾਲ ਤਾਂ ਦੱਸਿਆ ਨਹੀਂ ਕਿ ਮੈਂ ਲਿਖਦਾ ਇਹ, ਤੇ ਉਹ ਮੈਂ ਭੇਜਿਆ ਅਸਲ 'ਚ ਕੁਛ ਲੱਗਾ ਹੋਣਾ ਛਪ ਗਿਆ, ਨਹੀਂ ਤਾਂ ਉਦੋਂ ਤਾਂ ਬੱਚਿਆਂ ਨੂੰ ਪ੍ਰਸਤਾਵ ਵੀ ਨਹੀਂ ਲਿਖਣੇ ਆਉਂਦੇ। HMB ਕੰਪਨੀ 'ਚ ਜ਼ਹੀਰ ਅਹਿਮਦ ਬੜਾ ਸਖਤ ਹੁੰਦਾ ਸੀਗਾ। ਮੈਂ ਸਭ ਤੋਂ 18 ਸਾਲ ਦੀ ਉਮਰ ਦਾ ਜ਼ਹੀਰ ਅਹਿਮਦ ਨਾਲ ਦੋਸਤੀ ਕਰਦਾ ਸੀ। ਕੀ ਬਾਤ! ਜਦੋਂ HMB ਇਕੱਲੀ ਕੰਪਨੀ ਸੀ। ਬਿਲਕੁਲ। ਤੇ ਜ਼ਹੀਰ ਸਾਹਿਬ ਨਾਲ ਮੇਰੇ ਬਹੁਤ ਅੱਛੇ ਰਿਲੇਸ਼ਨ ਰਹੇ ਤੇ ਕਈ ਗਾਉਣ ਵਾਲਿਆਂ ਨੂੰ ਮੈਂ ਉੱਥੇ ਵੀ ਮੌਕਾ ਲੈ ਕੇ ਦਿੱਤਾ। ਔਰ ਮੈਂ ਬਹੁਤ ਛੋਟੀ ਉਮਰ ਦਾ ਸੀ, 23 ਸਾਲ ਦਾ, ਜਦੋਂ ਅਸੀਂ ਸ਼ੌਂਕੀ ਮੇਲਾ ਜਿਹੜਾ ਆ, ਵਾਹ ਵਾਹ, ਅਸੀਂ ਮੈਂ 23 ਸਾਲ ਦਾ ਮੈਂ ਤੇ ਸ਼ੌਂਕੀ ਮੇਲਾ ਅਸੀਂ ਹਿੱਟ ਕਰਤਾ। ਔਰ ਪੰਜਾਬ ਦੇ ਰਵਾਇਤੀ ਮੇਲਿਆਂ 'ਚ ਸ਼ਾਮਲ ਹੋ ਗਿਆ। ਪੰਜਾਬ ਸਰਕਾਰ ਦੇ ਜਿਹੜਾ ਕੈਲੰਡਰ ਸੀਗਾ, ਕਲਚਰਲ ਕੈਲੰਡਰ, ਉਹਦੇ 'ਚ ਜਿਹੜਾ ਉਹ ਮੇਲਾ ਸ਼ਾਮਲ ਹੋ ਗਿਆ। ਤੇ ਮੈਂ 23 ਸਾਲਾਂ 'ਚ ਮੈਂ ਦੱਸਦਾ ਸੀਗਾ ਕਿ ਮੈਨੂੰ ਪਤਾ ਨਹੀਂ ਸੀਗਾ ਪ੍ਰੋਟੋਕੋਲ ਕੀ ਹੁੰਦਾ। ਮੈਂ ਇੱਕ ਵਾਰੀ ਸਾਡੇ ਗੁਰਮੇਲ ਸਿੰਘ ਬੈਂਸ DC ਸਾਹਿਬ ਸੀਗੇ ਹੁਸ਼ਿਆਰਪੁਰ, ਮੈਂ ਉਹਨਾਂ ਦਾ ਬਿਨਾਂ ਹੀ ਪੁੱਛੇ ਤੋਂ ਕਹਿਤਾ ਵੀ ਜ਼ਿਲ੍ਹਾ ਹੁਸ਼ਿਆਰਪੁਰ 'ਚ ਸਰਕਾਰੀ ਛੁੱਟੀ ਹੋਊਗੀ, ਸਾਰੇ ਸਰਕਾਰੀ ਅਦਾਰੇ ਬੰਦ ਰਹਿਣਗੇ। ਚਲੋ ਮੇਰੀ ਉਹਨਾਂ ਨੇ ਮੋੜ ਹੀ ਨਹੀਂ, ਫਿਰ ਉਹਨਾਂ ਨੇ ਬਾਅਦ 'ਚ ਕਾਗਜ਼ੀ ਕਾਰਵਾਈ ਤਾਂ ਕਰ ਲਈ। ਸੋ ਮਤਲਬ ਇੱਦਾਂ ਹੈ ਕਿ ਕੋਈ ਛੋਟੀ ਉਮਰ 'ਚ ਇੱਦਾਂ ਕਈ ਕੁਛ ਹੋ, ਕਿਉਂਕਿ 23 ਸਾਲ ਦੀ ਉਮਰ ਦੇ ਵਿੱਚ ਮੇਲੇ ਕਰਾਉਣੇ ਔਰ DC ਸਾਹਿਬ ਦੇ ਬਿਹਾਵ ਤੇ ਛੁੱਟੀ ਵੀ ਕਰਵਾ ਜਾਣੀ ਤੇ ਇਹ ਔਖਾ, ਕਿਉਂਕਿ ਬਿਨਾਂ ਕਿਸੇ ਪੋਲੀਟੀਕਲ ਬੈਕਗ੍ਰਾਉਂਡ ਦੇ, ਬਿਨਾਂ ਕਿਸੇ ਅਪਰੋਚ ਦੇ। ਮੈਂ ਕਹਿੰਦਾ ਤੁਸੀਂ ਪੋਲੀਟੀਕਲ ਬੈਕਗ੍ਰਾਉਂਡ ਜਾਂ ਫਾਈਨੈਂਸ਼ੀਅਲ ਬੈਕਗ੍ਰਾਉਂਡ ਦੀ ਗੱਲ ਕਰਦੇ ਆ, ਸਾਡਾ ਤਾਂ ਬੈਕਗ੍ਰਾਉਂਡ ਤੇ ਬਾਪ ਵੀ ਨਹੀਂ ਸੀਗਾ ਜੀ। ਅਸੀਂ ਤਾਂ ਆਪਣਾ ਆਪ ਹੀ ਢਿੱਡ ਵਜਾਉਂਦੇ ਸੀ। ਸੋ ਆਪ ਹੀ ਮਿਹਨਤ ਕੀਤੀ ਹੈ, ਲੇਬਰ ਕੀਤੀ ਹੈ, ਸਾਰਾ ਕੁਝ ਕੀਤਾ। ਪਰ ਇਹ ਹੈਗਾ ਕਿ ਜੇ ਤੁਸੀਂ ਚੰਗਾ ਕੰਮ ਕਰਕੇ ਆਉਂਦੇ ਹੋ ਤੇ ਮਤਲਬ ਇੱਦਾਂ ਦੇ ਸੰਘਰਸ਼ ਜਦੋਂ ਨਿਕਲ ਕੇ ਆਉਂਦੇ ਹੋ, ਉਦੋਂ ਨੈਚੁਰਲੀ ਹੈ ਕਿ ਤੁਹਾਨੂੰ ਪਤਾ ਹੁੰਦਾ ਵੀ ਕਿਤੇ ਮਾੜਾ ਮੋਟਾ ਵੀ ਪੈਰ ਤੁਹਾਡਾ ਤਿਲਕ ਗਿਆ, ਤੁਸੀਂ ਸੱਟ ਬਹੁਤ ਬੁਰੀ ਖਾਓ। ਬਿਲਕੁਲ ਜੀ, ਔਰ ਮੁੜ ਕੇ ਪੈਰਾਂ ਤੇ ਨਹੀਂ ਆ ਸਕਣਾ। ਔਰ ਜੇਕਰ ਗੱਲ ਕਰੀਏ ਭੌਰਾ ਸਾਹਿਬ, ਜਦੋਂ ਛੋਟੀ ਉਮਰ ਦੇ ਵਿੱਚ ਕੋਈ ਵੀ ਚੀਜ਼ ਕਿਤੇ ਛਪਦੀ ਹੈ ਕਿਸੇ ਲੇਖਕ ਦੀ, ਤਾਂ ਵਿਆਹ ਜਿੰਨਾ ਚਾਅ ਹੁੰਦਾ ਹੈ। ਪਹਿਲੀ ਵਾਰ ਜਦੋਂ ਤੁਹਾਡਾ ਨਾਮ ਛਪਿਆ, ਤੁਹਾਡਾ ਕੋਈ ਆਰਟੀਕਲ ਜਿਹੜਾ ਤੁਸੀਂ ਛਪਿਆ ਪਹਿਲੀ ਵਾਰ ਦੇਖਿਆ, ਉਦੋਂ ਦਿਲ ਦੇ ਵਿੱਚ ਭੌਰਾ ਸਾਹਿਬ ਦੇ ਕੀ ਖਿਆਲ ਸੀ?
ਦੇਖੋ ਮੈਂ ਪਹਿਲਾਂ ਸਾਡੇ ਘਰ ਅਖਬਾਰ ਨਹੀਂ ਆਉਂਦੀ ਹਾਂ ਤੈਨੂੰ ਮੈਂ ਨਾ ਜਦੋਂ ਮੈਨੂੰ ਕਿਸੇ ਨੇ ਕਿਹਾ, ਮੈਂ ਖੇਡ ਰਿਹਾ ਸੀਗਾ ਕੁਛ ਮਤਲਬ ਕਿਸੇ ਵੱਡੇ ਬੰਦੇ ਦੀ ਡੈਥ ਹੋ ਗਈ ਸੀ, ਸਕੂਲ ਛੁੱਟੀ ਹੋ ਗਈ ਤੇ ਅਸੀਂ ਜਾ ਕੇ ਨਾ ਹਾਈ ਸਕੂਲ ਜੋ ਮਾਲਗਲਾਂ ਇੱਥੇ ਸਕੂਲ ਹੈ ਜਿੱਥੇ ਮੈਂ ਪੜ੍ਹਿਆ ਤੇ ਭੋਰੇ ਪਿੰਡ ਦੀ ਗਰਾਊਂਡ 'ਚ ਜਾ ਕੇ ਖੇਡਣ ਲੱਗ ਪਏ। ਕੋਈ ਬੰਦਾ ਗੱਲ ਕਰ ਰਿਹਾ ਸੀਗਾ, ਉਹ ਕਹਿੰਦਾ ਵੀ ਆਹ ਅਸ਼ੋਕ ਭੋਰਾ ਕੌਣ ਹੈ? ਉਹ ਦੂਆ ਮੁੰਡਾ ਕਹਿੰਦਾ ਕੀ ਗੱਲ ਵਾ, ਕੀ ਗੱਲ ਹੋਈ ਅੰਕਲ? ਉਹ ਕਹਿੰਦਾ ਅਖਬਾਰ 'ਚ ਨਾਂ ਛਪਿਆ ਸੀਗਾ ਤੇ ਮੈਂ ਕੰਨ ਖੜੇ ਕਰ ਲਿਆ ਵੀ ਮੈਂ ਭੇਜਿਆ ਸੀਗਾ। ਤੇ ਮੈਂ ਉਹਨੂੰ ਕਿਹਾ ਵੀ ਮੈਂ ਲਿਖਿਆ, ਉਹ ਕਹਿੰਦਾ ਜਾ ਤੈਨੂੰ ਨਾਲਾ ਵੀ ਨਹੀਂ ਬਣਾਉਂਦਾ, ਤੇਰਾ ਥੋੜਾ ਅਸਰ। ਕਹਿੰਦਾ ਮੈਂ ਅਖਬਾਰ ਦੀ ਗੱਲ ਕਰਨਾ। ਅੱਛਾ ਮੈਂ ਚੁੱਪ ਹੀ ਕਰ ਗਿਆ, ਮੈਂ ਕੁਛ ਨਹੀਂ ਸੁਣਿਆ। ਮੈਨੂੰ ਪਤਾ ਸੀ ਉਹ ਅਖਬਾਰ ਕਿਸੇ ਦੇ ਘਰ ਆਉਂਦੀ ਆ ਅਜੀਤ। ਮੈਂ ਉਹਨਾਂ ਦੇ ਨਾ ਇੱਕ ਬੰਦੇ ਨੂੰ ਭੇਜਿਆ, ਮੈਂ ਉਹਨਾਂ ਦੇ ਜਾਂਦਾ ਵੀ ਨਹੀਂ, ਡਰਦਾ ਜਿਹਾ ਵੀ ਨਾ ਵੀ ਕੱਲ੍ਹ ਦੀ ਅਖਬਾਰ ਆ ਤੂੰ ਲੈ ਕੇ। ਉਹ ਬੰਦਾ ਕਹਿੰਦਾ, ਉਹ ਗਿਆ ਕੱਲ੍ਹ ਦੀ ਅਖਬਾਰ, ਕਹਿੰਦਾ ਅਸੀਂ 10 ਦੀ ਦੇਣੀ ਆ। ਤੇ ਮੈਂ ਆਪਣੀ ਮਾਂ ਤੋਂ ਮੈਂ ਕਿਹਾ ਮੈਨੂੰ ਚਵਾਨੀ ਚਾਹੀਦੀ ਆ, ਉਹਨੂੰ ਲੜਨ ਨਾਲੋਂ ਖੋਲ ਕੇ ਮੈਨੂੰ ਦੇ ਦਿੱਤੀ। ਕਹਿੰਦੀ ਮੈਂ ਕਿਹਾ ਫੀਸ ਦੇਣੀ, ਕਹਿੰਦੀ ਤੂੰ ਸਵੇਰੇ ਲੈ ਕੇ ਗਿਆ ਸੀ। ਉਹ ਬੰਦਾ ਉਹਨਾਂ ਦੇ 10 ਦੀ ਅਖਬਾਰ ਲਿਆਇਆ, ਮੈਂ 10 ਦਾ ਭੁਜੀਆ ਲਿਆਤਾ ਮੈਨੂੰ। ਮੈਂ ਬੋਰਡ ਥੱਲੇ ਬਹਿ ਕੇ ਆਪਣਾ ਲਿਖਿਆ ਹੋਇਆ 3-4 ਵਾਰ ਪੜ੍ਹਿਆ ਤੇ ਮੈਨੂੰ ਇੱਦਾਂ ਲੱਗਾ ਵੀ ਹੁਣ ਗੱਲ ਬਣ ਗਈ। ਗੱਲ ਮੈਂ ਹੁਣ ਤੱਕ ਕਾਲਮ ਲਿਖਦਾ ਵੀ ਗੱਲ ਬਣੀ ਕਿ ਨਹੀਂ, ਵੀ ਮੈਂ ਇਹ ਸੋਚਦਾ ਵੀ ਕਦੇ ਗੱਲ ਬਣੂਗੀ, ਪਰ ਮੈਨੂੰ ਉਦੋਂ ਇੱਦਾਂ ਲੱਗਦਾ ਸੀ ਵੀ ਗੱਲ ਬਣਨ ਵਾਲੇ ਹਾਲਾਤ ਬਣ ਗਏ। ਨਹੀਂ ਜੀ, ਜੇਕਰ 23 ਸਾਲ ਦੀ ਉਮਰ ਦੇ ਵਿੱਚ ਡੀਸੀ ਦੇ ਵਿਆਹ ਤੇ ਤੁਸੀਂ ਛੁੱਟੀ ਕਰਵਾ ਸਕਦੇ ਆ, ਇਹਦਾ ਮਤਲਬ ਗੱਲ ਬਣ ਗਈ ਆ। ਸੋ ਇੱਦਾਂ। ਅੱਛਾ ਇੱਕ ਜੋਗੀ ਜੀ ਜਿਹੜੀ ਹੋਰ ਜਿਹੜੀ ਸ਼ਾਇਦ ਕਿਸੇ ਦੇ ਕੰਮ ਆ ਸਕਦੀ ਹੋਵੇ ਗੱਲ ਨਾ, ਮੈਂ ਐਫਰਟਸ ਬੜੀਆਂ ਕਰਦਾ ਜੀ। ਮੈਂ ਐਫਰਟਸ ਕਹਿੰਦਾ, ਮੈਨੂੰ ਪਤਾ ਸੀ ਬਿਸ਼ਪ ਪੰਚਾਇਤ ਜਿਹੜੀ ਯੂਨਾਈਟਿਡ ਨੇਸ਼ਨ, ਮੈਂ ਦੇਖ ਲਓ ਉਹਦੇ ਤੇ ਹੁਣ ਤੱਕ ਸਾਡੇ ਅੰਟੋਨੀਓ ਗੁਟਰਸ ਨੇ ਹੁਣ ਇਸ ਵੇਲੇ ਸਕੱਤਰ ਜਨਰਲ ਯੂਨਾਈਟਿਡ ਨੇਸ਼ਨ ਦੇ, ਮੈਨੂੰ ਉਹਦੀ ਜਲ ਕਾਨਫਰੰਸ ਤੇ ਬਹੁਤ ਵੱਡਾ ਅਜੀਤ 'ਚ ਲਿਖਿਆ ਪੰਜਾਬ ਦਾ ਜਿਹੜਾ ਵੱਡ ਪਾਣੀ ਸੰਕਟ ਹੈ ਜੀ। ਮੈਂ ਉਹਨਾਂ ਬਾਰੇ ਲਿਖ ਗਿਆ, 9 ਦੇ 9 ਜਿਹੜੇ ਸੈਕਟਰੀ ਸੀਗੇ ਪੰਚਾਇਤ ਕਿਉਂ ਦੀ ਕਿਤਾਬ ਲਿਖਤੀ। ਮੈਂ ਉੱਥੇ ਆਪ ਹੀ ਚਲੇ ਗਿਆ। ਮਤਲਬ ਜਿੱਦਾਂ ਮੈਂ ਇੱਕ ਮਿਊਜ਼ਿਕ ਤੇ ਕਿਤਾਬ ਲਿਖੀ ਆ, ਭਾਰਤ ਦੇ ਮਹਾਨ ਸੰਗੀਤਕਾਰ ਤੇ ਬੈਜੂ ਬਾਬਰਾ, ਤਾਨਸੈਨ, ਲੋਕ ਸਾਜ਼ ਲਿਖਤੇ, ਸਾਜ਼ ਮੈਨੂੰ ਵਜਾਉਣੇ ਵੀ ਨਹੀਂ ਆਉਂਦੇ। ਮਤਲਬ ਢਾਡੀਆਂ ਤੇ ਮੈਂ ਮੁੰਨਾ ਬੰਦਾ, ਢਾਡੀਆਂ ਤੇ ਕਵਿਸ਼ਰਾਂ ਤੇ ਮੈਂ ਬਹੁਤ ਕੁਛ ਲਿਖਿਆ। ਹਾਲੇ ਵੀ ਉਹਨਾਂ ਦਾ ਜਦੋਂ ਕਿਤੇ ਮਾੜਾ ਚੰਗਾ ਕੋਈ ਉਹਨਾਂ ਦਾ ਅਵਾਰਡ ਮਿਲਦਾ, ਕੋਈ ਚਲੇ ਜਾਂਦਾ ਤੇ ਮੈਂ ਉਹਨਾਂ ਬਾਰੇ ਲਿਖਦਾ। ਸੋ ਮੈਂ ਇੱਦਾਂ ਮੈਂ ਸਮਝਦਾ ਕਿ ਮੈਨੂੰ ਆਪ ਵੀ ਨਹੀਂ ਪਤਾ ਕਿ ਇੱਕ ਇਹ ਫੁੱਲ ਕਿੱਦਾਂ ਟਿਕਦੇ ਗਏ। ਕਿਉਂਕਿ ਦੇਖੋ ਗੀਤਕਾਰ, ਸੰਗੀਤਕਾਰ, ਢਾਡੀ, ਕਵਿਸ਼ਰ, ਫਿਰ ਮਿਊਜ਼ਿਕ ਡਾਇਰੈਕਟਰ, ਕੰਪਨੀਆਂ, ਸਪੋਰਟਸ, ਮੈਂ ਖੇਡਾਂ ਬਾਰੇ ਬਹੁਤ ਲਿਖਿਆ। ਦੇਖੋ ਵਿਦੇਸ਼ਾਂ ਬਾਰੇ ਬਹੁਤ ਲਿਖਿਆ ਮੈਂ, 34-35 ਦੇਸ਼ ਵਿਜ਼ਿਟ ਕਰ ਲਏ। ਮਤਲਬ ਇੰਨਾ ਕੁਛ ਜਿਹੜਾ ਆ, ਮੈਂ ਸਰਕਾਰੀ ਨੌਕਰੀ ਵੀ ਕਰ ਲਈ 26 ਸਾਲ ਤੋਂ, ਇਹ ਵੀ ਦੇਖੋ ਜਿਹੜੇ ਛੱਡਿਆ ਕੋਈ ਖੇਤਰ ਨਹੀਂ। ਗੀਤ ਵੀ ਲਿਖੇ, ਬੜਾ ਕੁਛ ਇੰਨਾ ਮਤਲਬ ਜਿੱਦਾਂ ਹੈਗਾ। ਮੈਂ ਏਸ਼ੀਆਈ ਖੇਡਾਂ ਜਿਹੜੀਆਂ ਜਦੋਂ ਦਿੱਲੀ 'ਚ ਹੋਈਆਂ ਤੇ 82 'ਚ, ਤੇ 82 'ਚ ਮੈਂ ਹਾਕੀ ਦਾ ਅੱਖੀਂ ਡਿੱਠਾ ਹਾਲ ਅਜੀਤ 'ਚ ਛਪਿਆ। ਕੀ ਬਾਤ ਹੈ। ਮਤਲਬ ਤੁਸੀਂ 19 ਸਾਲ ਦਾ ਸੀਗਾ ਮੈਂ। ਅੱਛਾ, ਐਲਪੀ ਰਿਕਾਰਡ ਆਉਂਦੇ ਹੁੰਦੇ ਸੀ ਕਿਸੇ ਸਮੇਂ ਦੇ ਵਿੱਚ, ਤੇ ਕਿਉਂਕਿ ਸ਼ੁਰੂਆਤ ਹੀ ਸੰਗੀਤ ਯੁੱਗ ਦੀ ਫਿਰ ਉੱਥੋਂ ਹੁੰਦੀ ਸੀਗੀ, ਐਲਪੀ ਸੁਪਰ 7 ਈਪੀ ਰਿਕਾਰਡ। ਹਾਂ ਤੇ ਉਹਨਾਂ ਦੇ ਉੱਪਰੋਂ ਕੀ ਪੜ੍ਹਦੇ ਹੁੰਦੇ ਸੀ ਤੁਸੀਂ? ਨਹੀਂ ਮੈਂ ਨਾ ਇੱਕ ਸਾਡੇ ਪਿੰਡ ਜਦੋਂ ਕਿਤੇ ਆਲੇ ਦੁਆਲੇ ਸਪੀਕਰ ਵੱਜਣੇ ਨਾ, ਉੱਥੇ ਜਿਹਦਾ ਲਿਖਿਆ ਹੁੰਦਾ ਵੀ ਬਾਬੂ ਸਿੰਘ ਮਾਨ ਦਾ ਗੀਤ, ਗੁਰਦੇਵ ਸਿੰਘ ਮਾਨ ਦਾ ਗੀਤ, ਨੰਦ ਲਾਲ ਨੂਰਪੁਰੀ ਦਾ, ਦੇਵ ਤਰੀਕਿਆਂ ਵਾਲੇ ਦਾ, ਫਿਰ ਚੰਨ ਗੁਰਾਇਆ ਵਾਲਾ ਗਿਆ, ਚਰਨ ਸਿੰਘ ਸਫਰੀ ਆ ਗਿਆ। ਮੈਨੂੰ ਇੱਦਾਂ ਲੱਗਾ ਵੀ ਕਿਤੇ ਇੱਦਾਂ ਸਾਡਾ ਵੀ ਕਿਤੇ ਨਾਂ ਹੋਊਗਾ। ਮੈਂ ਤਵਾ ਘਰ ਘਰ ਵੱਜਦਾ ਉਦੋਂ। ਤੇ ਫਿਰ ਮੈਂ ਅਸਲ 'ਚ ਬੇਸਿਕਲੀ ਮੈਂ ਚਾਹੁੰਦਾ ਸੀਗਾ ਮੈਂ ਗੀਤਕਾਰ ਬਣਾ। ਅੱਛਾ। ਮੈਂ ਦੇਵ ਤਰੀਕਿਆਣਾ ਨਾਲ ਬਾਅਦ 'ਚ ਉਹਨੂੰ ਉਸਤਾਦ ਵੀ ਧਾਰਨ ਗਿਆ ਸੀ, ਤੇ ਬਾਅਦ ਸਾਡਾ ਤਾਂ ਬਾਬੂ ਸਾਡਾ ਮਿੱਤਰ ਰਿਹਾ, ਉਹ ਮੈਨੂੰ ਕਹਿੰਦਾ ਖੈਰ ਮੈਂ ਉਹਨੂੰ ਉਸਤਾਦ ਧਾਰਨ ਗਿਆ। ਉਸਤਾਦ ਨਹੀਂ ਬਣੇ, ਮਿੱਤਰ ਬਣ ਗਏ। ਮਿੱਤਰ ਬਣ ਗਏ। ਮੈਂ ਕਿਸੇ ਚਿੱਠੀ ਲੈ ਕੇ ਗਿਆ, ਛੋਟਾ ਸੀ, ਮੈਨੂੰ ਤਾਂ ਇਹ ਵੀ ਨਹੀਂ ਪਤਾ ਤਰੀਕੇ ਕਿਤੇ ਆ। ਅੱਛਾ। ਮੈਂ ਕੋਈ ਮੁੰਡਾ ਜੀਐਨਏ 'ਚ ਪੜ੍ਹਦਾ ਸੀ, ਉਹਨੂੰ ਨਾਲ ਲੈ ਕੇ ਗਿਆ। ਅਸੀਂ ਦੇਦਵਾਲ ਨੂੰ ਚੱਲ ਗਏ, ਉੱਥੋਂ ਤੁਰ ਕੇ ਰੇਲਵੇ ਲਾਈਨ ਨਾਲ ਗਏ 5 ਕਿਲੋਮੀਟਰ। ਤਰੀਕੇ ਸਾਨੂੰ ਅਸੀਂ ਲੱਭਿਆ, ਮੈਂ ਚਿੱਠੀ ਲੈ ਕੇ ਮੈਂ ਕਿਹਾ ਉਸਤਾਦ ਧਾਰਨਾ। ਉਹ ਕਹਿੰਦਾ ਦੇਵ ਨੇ ਮੈਨੂੰ ਮਿਲਿਆ ਨਹੀਂ। ਫਿਰ ਬਾਅਦ 'ਚ ਅਸੀਂ ਗਏ, ਉਹ ਕਹਿੰਦਾ ਤੈਨੂੰ ਨਹੀਂ ਉਸਤਾਦ ਧਾਰਨਾ, ਤੂੰ ਤਾਂ ਲਿਖਦਾ ਅਖਬਾਰ 'ਚ, ਕਹਿੰਦਾ ਤੂੰ ਗੜ ਨਾ ਲੱਗ। ਅੱਛਾ। ਮਤਲਬ ਜੀ ਇੱਦਾਂ ਮੈਂ ਗੀਤਕਾਰ ਬਣਨਾ ਚਾਹੁੰਦਾ ਸੀ। ਬੜਾ ਨਾਂ ਸੀ ਦੇਵ ਦਾ। ਬੜੀਆਂ ਰਿਕਾਰਡਿੰਗਾਂ ਮੇਰੀ ਹਾਜ਼ਰੀ 'ਚ ਹੋਈਆਂ। ਦੇਵੀ ਮਖਸੂਸਪੁਰੀ ਦਾ ਪਹਿਲਾ ਗੀਤ ਬਾਬਲ ਮਰਿਆ ਭਾਬੀ, ਉਦੋਂ ਮੈਂ ਹਾਜ਼ਰ ਸੀ। ਜ਼ਿੰਦਗੀ 'ਚ ਪਹਿਲੀ ਵਾਰੀ ਬਹੁਤ ਕੁਛ ਵਾਪਰਿਆ। ਔਰ ਕਿਉਂਕਿ ਉਹ ਜਿਹੜੀ HMP ਕੰਪਨੀ, ਉਸ ਦਫ਼ਤਰ ਤੱਕ ਪਹੁੰਚ ਕਰਨੀ ਵੀ ਉਹ ਵੀ ਜਦੋਜਹਿਦ ਜਿਹੜੀ ਆ। ਉਹ ਮੈਂ ਜੋਗੀ ਜੀ ਹੱਸਣ ਵਾਲੀ ਗੱਲ ਤੁਹਾਨੂੰ ਦੱਸਦਾ ਵੀ ਮੈਂ ਦੇਖੋ ਨਾ, ਤੁਸੀਂ ਤਵਿਆਂ ਦੀ ਗੱਲ ਕੀਤੀ ਹੈ। ਜਦੋਂ ਤਵਿਆਂ ਦੇ ਉੱਪਰ ਜਿਹੜਾ ਸ਼ਬਦ ਹੁੰਦਾ ਸੀ, ਹੁਣ ਤਾਂ ਗ੍ਰਾਫਿਕ ਡਿਜ਼ਾਈਨਰ ਬੜੇ ਹੋ ਗਏ, ਉਹਦੇ ਪਿੱਛੇ ਅਮਲੇਸ਼ ਦੇਵ ਲਿਖਿਆ ਹੁੰਦਾ ਸੀ, ਕਵਰ ਡਿਜ਼ਾਈਨ ਅਮਲੇਸ਼ ਦੇਵ, ਦਾਦਾ ਇੰਜੀਨੀਅਰ, ਅਸਲਮ ਪਾਣੀ ਪਿਲਾਉਣ ਵਾਲਾ, ਕੇਸਰ ਸਿੰਘ ਨੂਰਲਾ, ਪੰਨਾ ਲਾਲ, ਬੇਦ ਸੇਠੀ, ਸੋਹਣ ਲਾਲ, ਇਹ ਸਾਰੇ ਬੰਦੇ ਜਿਹੜੇ ਸੀ। ਇਹ ਦੇਖੋ ਮੈਂ ਹੁਣ ਜਦੋਂ ਗਿਆ
ਜਦੋਂ ਦਰਿਆਗੰਜ ਰੋਡ ਤੇ ਜਾਈਏ ਤੇ ਥਾਣੇ ਦੇ ਕੋਲੋਂ ਇੱਕ ਸੜਕ ਮੁੜਦੀ ਆ ਭਰਤਰਾਮ ਜੇ ਮਤਲਬ ਲਾਲ ਕਿਲੇ ਵੱਲੋਂ ਜਾਈਏ ਥਾਣੇ ਦੇ ਕੋਲ ਸੜਕ ਮੁੜਦੀ ਖੱਬੇ ਨੂੰ ਭਰਤਰਾਮ ਰੋਡ ਕਹਿੰਦੇ ਹਨਾ ਉਹਦੇ ਤੇ HMB ਦਾ ਦਫ਼ਤਰ ਹੁੰਦਾ ਸੀਗਾ ਤੇ ਮੈਂ ਪੌੜੀਆਂ ਚੜ ਗਿਆ ਹੂਜਾ ਸ਼ਾਇਦ ਕੇਸਰ ਸਿੰਘ ਨੂਲਾ ਉਹਨਾਂ ਦੇ ਮਿਊਜ਼ਿਕ 'ਚ ਮੁਹੰਮਦ ਸਦੀਕ ਦਾ ਗੀਤ ਰਿਕਾਰਡ ਹੈ ਮੈਨੂੰ ਇਦਾਂ ਦਾ ਚੇਤੇ ਖਿੱਚ ਲੈ ਚਵਾਰੇ ਵਿੱਚੋਂ ਬਾਂਹ ਫੜ ਕੇ ਜਾਂ ਇਦਾਂ ਦਾ ਸੀਗਾ ਨਾ ਮੈਨੂੰ ਉਹਦੇ ਬਾਰੇ ਕਨਫਰਮ ਨਹੀਂ ਤੇ ਉਹ ਬ੍ਰੇਕ ਲੈ ਕੇ ਹਟੇ ਸੀਗੇ ਤੇ ਕਹਿੰਦੇ ਮਤਲਬ ਲੰਚ ਕਰਦੇ ਸੀ ਮੈਨੂੰ ਹੂਜਾ ਸਾਹਿਬ ਕਹਿੰਦੇ ਤੂੰ ਵੀ ਖਾ ਲਾ ਮੈਨੂੰ ਇਦਾਂ ਹੀ ਚਾਹ ਮੈਂ ਏਡੇ ਵੱਡਿਆ ਨਾ 18 ਸਾਲ ਦੀ ਉਮਰ 'ਚ ਮੈਨੂੰ ਖਾਣਾ ਖਾਣ ਦਾ ਮੌਕਾ ਮਿਲਿਆ ਮੈਂ ਚਿੱਟੀ ਕਮੀਜ਼ ਪਾਈ ਉਹਨਾਂ ਦਾਲ ਹੀ ਸਿੱਟ ਲਈ ਖੁਸ਼ੀ 'ਚ ਨਾ ਮੈਂ ਉੱਥੋਂ 5 ਰੁਪਏ ਦੀ ਬਾਅਦ 'ਚ ਸ਼ਰਟ ਲਈ ਜਾਂ ਹੋਰ ਮਤਲਬ ਇਹ ਬੜੀਆਂ ਘਟਨਾਵਾਂ ਜਿਹੜੀਆਂ ਸੀ ਤੁਸੀਂ ਦੇਖੋ ਮੈਨੂੰ ਕਿਹੜੇ ਸੰਨ 'ਚ ਕਿਹਦਾ ਤਵਾ ਆਇਆ ਕੀ ਆ ਕਿੰਨੇ ਗੀਤ ਜਿਹੜੀ ਮੇਰੇ ਟਾਈਮ ਦੀ ਗਾਇਕੀ ਆ ਨਾ ਉਹਦੇ 'ਚੋਂ ਮੈਨੂੰ ਮੋਰ ਦੈਨ 65% ਚਾਹੇ ਦਿਦਾਰ ਸੰਧੂ ਕੁਲਦੀਪ ਮਾਨ ਮੁਹੰਮਦ ਸਦੀਕ ਇਹਨਾਂ ਦੇ ਗੀਤ ਜਵਾਨੀ ਯਾਦ ਹੈ ਵਾਹ ਜੀ ਵਾਹ ਹੁਣ ਵੀ ਬਿਲਕੁਲ ਜੀ ਔਰ ਇਸੇ ਕਰਕੇ ਅਸੀਂ ਜਿਹੜੇ ਐਸ ਅਸ਼ੋਕ ਭੌਰਾ ਜੀ ਆ ਉਹਨਾਂ ਨੂੰ ਕਹਿੰਦੇ ਕਿ ਸਾਡੇ ਸੱਭਿਆਚਾਰ ਦੇ ਇੱਕ ਐਸੇ ਸ਼ੀਸ਼ੇ ਨੇ ਕਿ ਜਿਹਦੇ ਵਿੱਚ ਉਹ ਸੱਭਿਆਚਾਰ ਆਪਣਾ ਅਕਸ ਦੇਖ ਸਕਦਾ ਇਹਨਾਂ ਦੀ ਐਡੀ ਵੱਡੀ ਦੇਣ ਆ ਹਰ ਇੱਕ ਖੇਤਰ ਦੇ ਵਿੱਚ ਔਰ ਹਰ ਇੱਕ ਕਲਾਕਾਰ ਨੂੰ ਅੱਗੇ ਲੈ ਕੇ ਆਉਣਾ ਕਿਉਂਕਿ ਉਹਨਾਂ ਸਮੇਂ ਦੇ ਵਿੱਚ ਅਖਬਾਰਾਂ ਦੇ ਵਿੱਚ ਕਿਸੇ ਦਾ ਆਰਟੀਕਲ ਲੱਗ ਜਾਣਾ ਇਹ ਆਪਣੇ ਆਪ ਦੇ ਵਿੱਚ ਹੀ ਛੜੇ ਬੰਦੇ ਨੂੰ ਵਿਆਹ ਵਰਗਾ ਚਾਹ ਹੁੰਦਾ ਸੀਗਾ ਕਿ ਜੇਕਰ ਕਿਸੇ ਦਾ ਆਰਟੀਕਲ ਲੱਗ ਜਾਣਾ ਤੇ ਭੌਰਾ ਸਾਹਿਬ ਨੇ ਉਹ ਕੰਮ ਕੀਤੇ ਨੇ ਤੇ ਭੌਰਾ ਸਾਹਿਬ ਗੀਤਕਾਰ ਬਣਨਾ ਚਾਹੁੰਦੇ ਸੀ ਤੇ ਫਿਰ ਗੀਤ ਰਿਕਾਰਡ ਵੀ ਹੋਇਆ ਪਹਿਲਾ ਗੀਤ ਕਿੱਦਾਂ ਰਿਕਾਰਡ ਹੋਇਆ ਦੇਖੋ ਇਹ ਮੈਂ ਨਾ ਉਦੋਂ ਵੀ ਛੋਟੀ ਕਲਾਸ ਦੇ ਵਿੱਚ ਪਹਿਲਾ ਗੀਤ ਤਾਂ ਮੈਂ ਦੱਸਣਾ ਨਹੀਂ ਉਹ ਜੇ ਮੈਂ ਕਹਿੰਦਾ ਮੇਰਾ ਹਲੇ ਉਹ ਪਰਦਾ ਢਕਿਆ ਆ ਮੈਂ ਉਹ ਤਾਂ ਨਾਂ ਦੱਸੋ ਕਿਉਂਕਿ ਜਦੋਂ ਮੈਂ ਨਾ 9ਵੀਂ 'ਚ ਪੜ੍ਹਦੇ ਦਾ ਗੀਤ ਰਿਕਾਰਡ ਹੋਇਆ ਚੰਗੇ ਮਿਊਜ਼ਿਕ ਡਾਇਰੈਕਟਰ 'ਚ ਹੋਇਆ ਚੰਗੀ ਗੱਲ ਹੈ ਕਿ ਹਲੇ ਤਾਂ YouTube ਤੇ ਪਤਾ ਨਹੀਂ ਪਾਇਆ ਨਹੀਂ ਜਾਂ ਮੈਨੂੰ ਲੱਭਿਆ ਨਹੀਂ ਕਿਉਂਕਿ ਉਹ ਬੜਾ ਗਲਤ ਗੀਤ ਸੀਗਾ ਨਾ ਕਿਉਂਕਿ ਮੈਨੂੰ ਨਾ ਰਿਸ਼ਤੇ ਨਾਤਿਆਂ ਦੀ ਸਮਝ ਸੀ ਮੈਨੂੰ ਤਾਂ ਇਹ ਸੀਗਾ ਕਿ ਬ੍ਰੇਕ ਮਿਲੇ ਮੈਂ ਨਾ ਗੀਤ ਉਸ ਤੋਂ ਬਾਅਦ ਦੇਖੋ ਮੈਨੂੰ ਸਰਦੂਲ ਸਿਕੰਦਰ ਹੁਣਾਂ ਨੇ ਵੀ ਗਾਇਆ ਕੁਲਦੀਪ ਮਾਨਕ ਨੇ ਵੀ ਗਾਇਆ ਪਰਮਿੰਦਰ ਸੰਧੂ ਨੇ ਵੀ ਗਾਇਆ ਦੁਰਗੇ ਰੰਗੀਲੇ ਨੇ ਵੀ ਗਾਇਆ ਹੁਣ ਤੱਕ ਭਮਾ ਡੂਮੇਵਾਲ ਜਿੰਨੇ ਮੁੰਡੇ ਲੁਪੋ ਕੇ ਬ੍ਰਦਰਸ ਨੇ ਉਹਨਾਂ ਸਾਰਿਆਂ ਨੇ ਪੰਛੀ ਦੀ ਛੱਲੇ ਮੁੰਦੀਆਂ ਸਾਡੀ ਮੁੰਦਰੀ ਸੱਜਣਾ ਉਹ ਬੜੀ ਚੱਲੀ ਇੱਕ ਨਾ ਜਦੋਂ ਮੈਂ ਜੀ 'ਚ ਬੜਾ ਮੈਨੂੰ 45 ਸਾਲ ਦਾ ਸਫ਼ਰ ਹੈ ਚਾਚਾ ਚੰਡੀਗੜ੍ਹ ਹੀ ਆਉਂਦਾ ਵਿਅੰਗ ਸ਼ਬਦ ਹੁੰਦਾ ਡਾਕਟਰ ਗੁਰਨਾਮ ਸਿੰਘ ਤੀਰ ਜੀ ਮੈਨੂੰ ਇੱਦਾਂ ਲੱਗਦਾ ਕਿ ਇਹਨਾਂ ਨੂੰ ਬੜੀ ਸਪੇਸ ਮਿਲੀ ਕਦੀ ਸਾਨੂੰ ਵੀ ਮਿਲੂਗੀ ਇਹ ਭੂਸ਼ਣ ਧਿਆਨਪੁਰੀ ਹੋਰਾਂ ਦੇ ਮੈਂ ਕਾਵਿ ਅੰਗ ਪੜ੍ਹਦਾ ਸੀਗਾ ਫਿਰ ਮੈਂ ਕਾਵਿ ਅੰਗ ਅਸਲ ਪੰਜਾਬੀ ਟਿਊਨ ਤੋਂ ਲਿਖਣਾ ਸ਼ੁਰੂ ਕੀਤਾ ਉਹਨੇ ਐਡੀਟੋਰੀ ਦੇ ਪੱਲੇ ਸ਼ੁਰੂ ਕੀਤਾ ਹੈ ਨਾ ਮਤਲਬ ਫਿਰ ਮੈਂ ਗੀਤ ਵੀ ਲਿਖੇ ਵਿਅੰਗ ਕਾਵਿ ਅੰਗ ਵੀ ਮੇਰੀ ਕਾਵਿ ਅੰਗ ਦੀਆਂ 2 ਕਿਤਾਬਾਂ ਆਈਆਂ ਗੱਲ ਬਣੀ ਕਿ ਨਹੀਂ ਤੇ ਭੌਰੇ ਦੇ ਦੀਆਂ ਗੁੱਝੀਆਂ ਰਮਜਾਂ ਉਹਦੇ 'ਚ ਨਾ ਜਿੱਦਾਂ ਹੁਣ ਤੁਸੀਂ ਛੜੇ ਦੀ ਗੱਲ ਕੀਤੀ ਹੈ ਨਾ ਮੈਨੂੰ ਇੱਕ ਮੈਂ ਤੁਹਾਨੂੰ ਸੁਣਾਉਂਦਾ ਵੀ ਉਹਦੇ 'ਚ ਹੈਗਾ ਕਿ ਸ਼ੇਰਾਂ ਦੀਆਂ ਬੈਠਕਾਂ 'ਚ ਗਿੱਦੜਾਂ ਨੇ ਵਾਸ ਕੀਤਾ ਪੁੱਛ ਪ੍ਰਤੀਤ ਹੁਣ ਬਾਂਦਰਾਂ ਦੀ ਲੱਗ ਪਈ ਵਾਹ ਕੌਣੇ ਬਜਾਊ ਛੇਤੀ ਬੋੜੀ ਵੇਤ ਬੀਬਾ ਜਿਹੜੀ ਦੁਨੀਆ ਤੇ ਮੱਚੀ ਚੌਹਾਂ ਪਾਸਿਆਂ ਤੋਂ ਅੱਗ ਪਈ ਹਾਕਮ ਹਕੂਮਤਾਂ ਦੇ ਨਸ਼ੇ ਵਿੱਚ ਗੁੱਟ ਹੋਏ ਗੰਗਾ ਹੁਣ ਸੱਚੀ ਹੈ ਪਿਹੋਏ ਵੱਲ ਵਗ ਪਈ ਬਾਪ ਦੀ ਲਾ ਪੱਗ ਪੁੱਤ ਪੈਰਾਂ ਹੇਠ ਰੋਲਦੇ ਨੇ ਭੈਣ ਬੇਪੱਤ ਹੁਣ ਵੀ ਲੱਗ ਪਈ ਬਹੁਤ ਅੱਛਾ ਛੜੇ ਦੀ ਗੱਲ ਸੀਗੀ ਕਿ ਕਿਤੇ ਨਾ ਜਦੋਂ 2 ਛੜੇ ਇਕੱਠੇ ਹੋ ਗਏ ਤੇ ਅੱਜ ਦੇ ਯੁੱਗ 'ਚ ਕੋਈ ਰਹਿ ਗਿਆ ਹੁਣ ਪਤਾ ਨਹੀਂ ਹੁਣ ਕੋਈ ਰਹਿੰਦਾ ਤਾਂ ਹੈ ਨਹੀਂ ਤੇ ਉਹ ਇੱਕ ਦੂਜੇ ਤੇ ਆਪਸ ਵਿੱਚ ਗੱਲਬਾਤ ਜਿਹੜੀ ਕਰਦੇ ਆ ਕਿ ਛੜਾ ਛੜੇ ਦੇ ਕੰਨ ਵਿੱਚ ਕਹਿਣ ਲੱਗਾ ਕਿ ਆਪਾਂ ਚੰਗਾ ਹੀ ਵਕਤ ਲੰਘਾ ਲਿਆ ਛੜਾ ਛੜੇ ਦੇ ਕੰਨ ਵਿੱਚ ਕਹਿਣ ਲੱਗਾ ਆਪਾਂ ਚੰਗਾ ਹੀ ਵਕਤ ਲੰਘਾ ਲਿਆ ਏ ਵਿਆਹਾਂ ਬਰਿਆਂ ਨਾਲ ਬੜੀ ਕਪੱਤ ਹੁੰਦੀ ਗੋਲਾ ਬੇਗੀ ਨੇ ਰੋਜ਼ ਹੀ ਢਾ ਲਿਆ ਵਿਆਹਾਂ ਬਰਿਆਂ ਨਾਲ ਬੜੀ ਕਪੱਤ ਹੁੰਦੀ ਗੋਲਾ ਬੇਗੀ ਨੇ ਰੋਜ਼ ਹੀ ਢਾ ਲਿਆ ਏ ਆਪਾਂ ਫੂਕ ਨਹੀਂ ਚੁੱਲ੍ਹੇ ਵਿੱਚ ਕਦੇ ਮਾਰੀ ਫੁਲਕਾ ਰੱਜ ਕੇ ਵਿੱਚ ਖਾਲੀ ਫੁਲਕਾ ਰੱਜ ਕੇ ਹੱਥ ਨੇ ਖਾਈਦਾ ਆਪਾਂ ਫੂਕ ਨਹੀਂ ਚੁੱਲ੍ਹੇ ਵਿੱਚ ਕਦੇ ਮਾਰੀ ਫੁਲਕਾ ਰੱਜ ਕੇ ਹੱਥ ਨੇ ਖਾਈਦਾ ਏ ਸਾਰੇ ਜਹਾਂ ਸੇ ਅੱਛਾ ਵੇਖਣੇ ਨੂੰ ਮੰਜਾ ਚਾੜ ਚਵਾਰੇ ਤੇ ਡਾਈਦਾ ਵਾਹ 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 ਹੋਵੇ ਅਫਸਰ ਮੰਤਰੀ ਕੋਈ ਪੁਲਿਸ ਵਾਲਾ ਬਹਿ ਕੇ ਦਫ਼ਤਰ ਹੀ ਮੁੱਛਾਂ ਵੱਟਦੇ ਨੇ ਕਿਤੇ ਹੱਥ ਨੇ ਆਖੇ ਕਰੇ ਵੇਖੀ ਸਾਰੇ ਬੀਵੀ ਦੀਆਂ ਤਲੀਆਂ ਚੱਟਦੇ ਨੇ ਕੀ ਬਾਤ ਜਾਗਰ ਕਰੇ ਕਮਾਈਆਂ ਬਾਹਰ ਮਰੇ ਟੁੱਟ ਕੇ ਮੌਜਾਂ ਘਰੇ ਜਗੀਰੋ ਲੁੱਟਦੀ ਐ ਚੋਪੜੀਆਂ ਤੇ ਪਰੌਠੇ ਫੂਕਣੇ ਆ ਲੱਤਾਂ ਰੋਜ਼ ਮਹੰਤ ਦੀਆਂ ਕੁੱਟਦੀ ਐ ਪਹਿਲਾਂ ਪਤੀ ਆਵੇ ਪਿੱਛੋਂ ਪੁੱਤ ਡੱਕ ਕੇ ਵਾਹ ਵਾਹ ਛਿੱਲ ਦੋਹਾਂ ਦੀ ਧਨੋ ਉਡੇੜਦੀ ਆ ਭੋਰੇ ਚੰਗਿਆਂ ਚੂੜੇ ਵਾਲੀਆਂ ਤੋਂ ਕੱਟ ਫੁੱਲਾਂ ਤੇ ਛੜਿਆਂ ਦੀ ਖੇਡਦੀ ਆ ਸੋ ਮੈਂ ਇਦਾਂ ਵਿਅੰਗ ਲਿਖਣ ਤੇ ਕਾਵਿ ਵਿਅੰਗ ਤੇ ਵਿਅੰਗ ਲਿਖਣ ਦਾ ਚਾਹੁੰਦਾ ਜੀ ਔਰ ਇਹ ਅੱਜ ਦੇ ਸਮੇਂ ਦੀ ਮੈਂ ਕਹਿੰਦਾ ਇੱਕ ਲੋੜ ਵੀ ਆ ਕਿ ਤੁਸੀਂ ਕਨੈਣ ਦੀ ਗੋਲੀ ਗੁੜ ਦੇ ਵਿੱਚ ਜਿਹੜੇ ਲਪੇਟ ਕੇ ਦਿੰਨੇ ਹੋ ਵਿਅੰਗ ਦੇ ਵਿੱਚ ਇਹ ਵੀ ਬੜੀ ਇੱਕ ਵੱਡੀ ਮੁਹਾਰਤ ਆ ਨਹੀਂ ਮੈਂ ਕਾਲਮ ਲਿਖਦਾ ਸੀਗਾ ਜਗਬਾਣੀ 'ਚ
ਇਹ ਰਾਂਝੇ ਦੀ ਧਰਤੀ ਯਾਤਰਾ। ਮੈਂ ਕਿਹਾ 7 ਸਾਲ ਕੁ ਲਿਖਿਆ ਹੋਣਾ ਵੀ ਰਾਂਝਾ ਕਿਤੇ ਆ ਗਿਆ ਇਸ ਧਰਤੀ ਤੇ, ਉਹ ਫਿਰ ਹੀਰ ਸਵਰਗ 'ਚ ਰਹਿ ਗਈ ਆ। ਫਿਰ ਉਹ ਜਦੋਂ ਸਾਰਾ ਦਿਨ ਰਾਂਝਾ ਵਿਚਰਦਾ ਤੇ ਉਹ ਸ਼ਾਮ ਨੂੰ ਡੇਲੀ ਰਿਪੋਰਟ ਦਿੰਦਾ। ਅੱਛਾ। ਇਹ ਰਾਂਝਾ ਵੀ ਮੈਂ ਅੱਜ ਕੀ ਵੇਖਿਆ, ਅੱਜ ਬਾਜ਼ਾਰ 'ਚ ਕੀ ਵੇਖਿਆ, ਬੱਸ ਅੱਡਿਆਂ 'ਚ ਕੀ ਵੇਖਿਆ, ਹੋਰ ਹੈ ਨਾ, ਵੱਡੇ ਲੋਕਾਂ ਦਾ ਕੀ ਦੇਖਿਆ, ਰਾਜਨੀਤਿਕ ਲੋਕਾਂ ਦੀਆਂ ਕਾਨਫਰੰਸਾਂ। ਤੇ ਉਹ ਹੀਰ ਨੂੰ ਕਹੀ ਜਾਂਦਾ ਚੰਗਾ ਤੂੰ ਇੱਥੇ ਆ, ਇੱਥੇ ਨਾ ਹੀ, ਕਹਿੰਦਾ ਹੁਣ ਕੰਮ ਖਰਾਬ ਹੋਈ ਆ। ਉਹ ਵੀ ਮੈਂ ਰਾਂਝੇ ਦੀ ਧਰਤੀ ਯਾਤਰਾ ਜੀ। ਤੇ ਗੀਤਕਾਰੀ ਵੀ ਹੋ ਗਈ, ਪੱਤਰਕਾਰੀ ਵੱਲ ਜਿਹੜਾ ਰੁਝਾਨ ਆ, ਕਿਉਂਕਿ ਉਸ ਸਮੇਂ ਦੇ ਵਿੱਚ ਜਿਹੜੀ ਪੱਤਰਕਾਰੀ ਸੀ ਉਹ ਤਾਂ ਨੰਗੀ ਤਲਵਾਰ ਤੇ ਤਲਵਾਰ ਦੀ ਧਾਰ ਤੇ ਨੰਗੇ ਪੈਰੀ ਤੁਰਨ ਵਾਲਾ ਕੰਮ ਸੀ। ਅੱਜ ਕੱਲ੍ਹ ਤਾਂ ਸੌਖਾ ਹੋ ਗਿਆ। ਉਦੋਂ ਕਿੱਦਾਂ ਪੱਤਰਕਾਰੀ ਬਣਾ ਲਏ? ਕਦੀ ਇਦਾਂ ਸਾਨੂੰ ਤਾਂ ਇਹ ਲੱਗਦਾ ਕਿ ਸੋਚਦੇ ਹੁੰਦੇ ਸੀ ਵੀ ਟਰੰਕ ਕਾਲ ਬੁੱਕ ਕਰਾ ਲਈ, ਤੀਜੇ ਦਿਨ ਮਿਲ ਗਈ, ਹੋਰ ਕੁਝ ਕਰ ਲਿਆ ਨਾ, ਵੀ ਕਦੀ ਸਿੱਧਾ ਵੀ ਫੋਨ ਮਿਲਿਆ ਕਰੂਗਾ। ਆਹ ਯੁੱਗ ਤਾਂ ਅਸੀਂ ਤਾਂ ਪਿਛਲਾ ਵੀ ਯੁੱਗ ਵੇਖਿਆ, ਹੁਣ ਵਾਲਾ ਵੀ ਵੇਖਦੇ ਆ। ਇਹ ਸਾਡੇ ਵਾਲੀ ਪੀੜ੍ਹੀ ਦੇਖਦੀ ਆ। ਤੇ ਜਿਹੜਾ ਨਾ ਪੱਤਰਕਾਰੀ, ਪਹਿਲਾਂ ਫੋਟੋ ਖਿੱਚੋ, ਫਿਰ ਭੇਜੋ, ਫਿਰ ਖਬਰ ਲੱਗੇਗੀ ਜਾਂ ਹੋਰ ਹੈ। ਮੈਂ ਇਸ ਵੇਲੇ ਅਜੀਤ ਲਈ ਅਮਰੀਕਾ ਤੋਂ ਰਿਪਰੈਜ਼ੈਂਟ ਕਰਦਾ। ਦੇਖੋ ਪੱਤਰਕਾਰੀ ਜਿਹੜੀ ਹੈ ਨਾ, ਮੈਂ ਜਿੱਦਾਂ ਹੁਣ ਤੁਹਾਨੂੰ ਦੱਸ ਕੇ ਹਟਿਆ ਕਿ ਮੈਂ ਇਕੱਲੇ ਗੀਤ ਨਹੀਂ ਲਿਖਦੇ ਜਾਂ ਹਲਵੇ ਵਿਅੰਗ ਲਿਖਦੇ। ਮੈਂ ਇਹ ਦੱਸਦਾ ਕਿ 2030 ਦੇ ਵਿੱਚ ਜਿਹੜੀ ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿੱਤੀ ਹੈ ਕਿ ਪਾਣੀ ਦਾ ਜਲ ਸੰਕਟ, ਜਿਹੜੀ ਅਗਲੀ ਵਰਲਡ ਵਾਰ ਹੈ, ਉਹ ਪਾਣੀ ਦਾ ਕਾਰਨ ਹੋ ਸਕਦੀ ਹੈ। ਪੰਜਾਬ 'ਚ ਉਹਦੇ 'ਤੇ ਜ਼ਿਕਰ ਕੀਤਾ ਗਿਆ ਕਿ ਕੁਦਰਤੀ ਸੋਮੇ ਜਿਹੜੇ ਉਹ ਅਸੀਂ ਛੋਟੇ ਕਰ ਲਏ। ਸਾਊਥ ਅਫਰੀਕਾ 'ਚ ਪਾਣੀ 'ਤੇ ਨਹਾਉਣ 'ਤੇ ਪਾਬੰਦੀ ਲਾਤੀ, ਪਾਣੀ 35 ਲੀਟਰ 'ਤੇ ਮਿਲਣ ਲੱਗ ਗਿਆ। ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਵੀ ਪਾਣੀ ਦੇ ਬਾਰੇ 'ਚ ਆਪਾਂ ਸਾਰੀ ਹੈ। ਮੈਂ ਮੈਡੀਕਲ ਸਾਇੰਸ 'ਤੇ ਬਹੁਤ ਲਿਖਿਆ। ਜਦੋਂ ਕਰੋਨਾ ਮਹਾਮਾਰੀ ਆਈ, ਟੀਕਾ ਕਦੋਂ ਆਏਗਾ, ਕਿਵੇਂ, ਮੈਂ ਖੁਦ ਸਾਇੰਸ, ਜਿਹੜਾ ਮੈਂ ਸਾਇੰਸ ਦਾ ਸਟੂਡੈਂਟ ਰਿਹਾ ਪਰ ਮੈਂ ਮੈਡੀਕਲ ਸਾਇੰਸ ਦਾ ਨਹੀਂ। ਮੈਂ ਉਹ ਦੇਖੋ ਸਾਰਾ ਗਿਆ, ਜਿਹੜੇ ਚਮਗਿੱਦੜਾਂ ਵਾਲੀ ਗੱਲ ਆਈ ਵੀ ਮੈਂ ਚਮਗਿੱਦੜਾਂ ਤੋਂ ਇਹ ਕਰੋਨਾ ਕੀ ਜੋ ਵੀ ਸਾਰਾ ਕੁਛ ਹੈਗਾ। ਮੈਂ ਜਿਹੜੀ ਯੂਰੇਨੀਅਮ ਬਾਰੇ ਬਹੁਤ ਲਿਖਿਆ, ਈਰਾਨ ਦਾ ਕੀ ਰੌਲਾ ਆ। ਫਿਰ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ ਪਰਮਾਣੂ ਹਥਿਆਰ ਨੇ ਉਹਨਾਂ ਬਾਰੇ ਬਹੁਤ ਲਿਖਿਆ। ਸ਼ਾਇਦ 1990 ਦੇ ਰੇਂਜ 'ਚ ਜਦੋਂ ਮੈਜਿਕ ਜੌਨਸਨ ਨੂੰ ਏਡਜ਼ ਹੋਈ ਆ, HIV ਵਾਇਰਸ ਆਇਆ ਅਮਰੀਕਾ 'ਚ, ਉਸ ਤੋਂ ਬਾਅਦ ਮੈਂ ਬਹੁਤ ਫੁੱਲ ਪੇਜ ਦੇ ਆਰਟੀਕਲ ਲਿਖੇ ਨੇ ਏਡਜ਼ 'ਤੇ। ਮੈਂ ਸਹਾਰਾ ਰੇਗਿਸਤਾਨ ਨਾਲ ਲੱਗਦੇ ਇਲਾਕਿਆਂ ਨੂੰ ਵੇਖਿਆ ਜਿੱਥੇ ਏਡਜ਼ ਨਾਲ ਕਿਸੇ ਵੇਲੇ ਬਹੁਤ ਮੌਤਾਂ ਹੋਈਆਂ। ਮੈਨੂੰ ਪਤਾ ਵਿੰਡੋ ਪੀਰੀਅਡ ਕੀ ਹੈ, ਹੋਰ ਸਾਰਾ ਕੁਛ ਹੈਗਾ। ਮੈਂ ਸਪੋਰਟਸ ਦੇ ਬਾਰੇ 'ਚ ਬੜੀਆਂ ਮੈਂ ਖੇਡਾਂ ਕਵਰ ਕੀਤੀਆਂ, ਓਲੰਪਿਕ ਏਸ਼ੀਆ ਵਾਲੀਆਂ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਮੈਂ ਕੋਸ਼ਿਸ਼ ਕੀਤੀ ਹੈ ਕਿ ਜਿਸ ਵੀ ਖਾਤੇ 'ਚ ਜਾਵਾਂ ਮੈਂ ਉਸ ਖਾਤੇ ਨਾਲ ਜਸਟੀਫਾਈ ਕਰਾਂ। ਜਿਹੜੇ ਲੋਕ ਅਖਬਾਰ ਪੜ੍ਹਦੇ ਸੀ ਜੀਤ ਨੂੰ, ਕਹਿੰਦੇ ਸੀ ਸ਼ਾਇਦ ਇਹ ਉੱਥੇ ਹੀ ਕੰਮ ਕਰਦਾ। ਜਿਹੜੇ ਜਦੋਂ ਮੈਂ ਲਿਸ਼ਕਾਰਾ ਪੇਸ਼ ਕਰਦਾ ਹੁੰਦਾ ਦੂਰਦਰਸ਼ਨ 'ਤੇ, ਉਦੋਂ ਜਿਹੜੇ ਲਿਖਦੇ ਕਿ ਉਹ ਕਹਿੰਦਾ ਇਹ ਪਤਾ ਨਹੀਂ ਦੂਰਦਰਸ਼ਨ 'ਤੇ ਲੱਗਾ ਹੋਇਆ, ਤੇ ਲੱਗਾ ਮੈਂ ਮਾਸਟਰ ਸੀਗਾ। ਸੋ ਇਸ ਕਰਕੇ ਜਿਵੇਂ ਸਾਰੇ ਕੰਮਾਂ ਦੇ ਵਿੱਚ ਮਾਸਟਰੀ ਦਿਖਾਈ ਤੁਸੀਂ। ਮੈਨੂੰ ਇਹ ਕਹਿੰਦਾ ਦੀਦਾਰ ਸੰਧੂ ਦੀ ਗੱਲ ਬੜੀ ਚੇਤੇ ਆਉਂਦੀ ਹੁੰਦੀ ਹੈ। ਇੱਕ ਨਾ ਵਿਵਿਧ ਭਾਰਤੀ ਤੇ ਰਾਤ ਨੂੰ ਪ੍ਰਸਾਰਣ ਸੇਵਾ ਸ਼ੁਰੂ ਹੋਈ। ਉਦੋਂ ਅਸੀਂ ਗਰਮੀਆਂ 'ਚ ਬਾਹਰ ਮੰਜੇ ਡਾ ਕੇ ਨਾ ਰੇਡੀਓ ਰੱਖਦੇ ਸੀ 9 ਵਜੇ ਸਰਾਣੇ, ਕਿਉਂਕਿ ਸਿਗਨਲ ਜਿਹਾ ਬੜਾ ਔਖਾ ਹੁੰਦਾ ਸੀ ਉਦੋਂ। ਤੇ ਵਿਵਿਧ ਭਾਰਤੀ ਤੋਂ HMB ਸਿਤਾਰੇ ਪ੍ਰੋਗਰਾਮ ਹੁੰਦਾ ਸੀਗਾ, ਉਹਦੇ 'ਚ ਇੱਕ ਕੁੜੀ ਇੰਟਰਵਿਊ ਕਰਦੀ ਦੀਦਾਰ ਸੰਧੂ ਨਾਲ, ਜਦੋਂ ਖਿੱਚ ਲੈ ਨੇ, ਜਦੋਂ ਜੋੜੀ ਜਦੋਂ ਚਵਾਰੀ ਚੜ੍ਹਦੀ ਵਾਲੇ ਗੀਤ ਆਏ ਆ। ਉਹ ਕੁੜੀ ਦੀਦਾਰ ਸੰਧੂ ਨੂੰ ਕਹਿ ਰਹੀ ਆ ਵੀ ਤੁਸੀਂ ਗੀਤ ਵੀ ਆਪ ਹੀ ਲਿਖਦੇ ਹੋ, ਫਿਰ ਵੀ ਨਹੀਂ ਬੋਲਿਆ। ਫਿਰ ਤੁਸੀਂ ਗਾਉਂਦੇ ਵੀ ਆਪ ਹੀ ਹੋ, ਫਿਰ ਵੀ ਨਹੀਂ ਬੋਲਿਆ। ਕਹਿੰਦੇ ਤੁੰਬੀ ਵੀ ਆਪ ਹੀ ਵਜਾਉਂਦੇ ਹੋ, ਉਹ ਫਿਰ ਵੀ ਨਹੀਂ ਬੋਲਿਆ। ਜਦੋਂ ਕਿਹਾ ਕੰਪੋਜੀਸ਼ਨ ਵੀ ਆਪ ਹੀ ਕਰਦੇ ਹੋ। ਉਹ ਬੀਬੀ, ਉਹ ਕਹਿੰਦਾ ਬੀਬੀ ਤੂੰ ਕਿਤੇ ਸਾਨੂੰ ਐਵੇਂ ਸਮਝਦੀ। ਮੈਂ ਇੱਦਾਂ ਸਮਝਦਾ ਕਿ ਦੀਦਾਰ ਸੰਧੂ ਕੋਲ 4 ਪੱਗਾਂ ਬੰਨੀਆਂ, 4 ਤਰ੍ਹਾਂ ਦੇ ਉਹਦੇ ਤਵੇ ਆਈ ਵੀ ਹੋਰ ਸਾਰਾ ਕੁਝ ਨਾ, ਤੇ 4 ਹੀ ਉਹਨੂੰ ਰੰਗ ਬੜੇ ਪਸੰਦ ਸੀ, 4 ਗਾਉਣ ਵਾਲੀਆਂ ਨਾਲ ਬੜਾ ਹਿੱਟ ਹੋਇਆ। ਇਹ ਮਤਲਬ ਜਿੱਦਾਂ ਇਹ ਮੈਨੂੰ ਇੱਦਾਂ ਲੱਗਦਾ ਸੀਗਾ ਵੀ ਬੰਦੇ ਦੀ ਜ਼ਿੰਦਗੀ 'ਚ ਬਹੁਤ ਰੰਗ ਹੈ। ਬਿਲਕੁਲ ਕੱਲਾ ਮੇਰੀ ਗੱਲ ਨਹੀਂ ਕਿ ਮੈਂ ਉਹ ਕਰ ਲਿਆ, ਬਹੁਤ ਲੋਕੀ ਦੁਨੀਆ ਬਹੁਤ ਕਰਦੀ, ਸਾਡੇ ਤਾਂ ਬਹੁਤ ਜ਼ਿਆਦਾ ਕਰਦੀ ਆ। ਪਰ ਬੰਦਾ ਸਵੇਰ ਨੂੰ ਹੋ ਰਿਹਾ, ਦੁਪਹਿਰ ਨੂੰ ਹੋ ਰਿਹਾ, ਸ਼ਾਮ ਨੂੰ ਹੋ ਰਿਹਾ, ਘਰ 'ਚ ਹੋ ਰਿਹਾ, ਟੱਬਰ ਨਾਲ ਹੋ ਰਿਹਾ, ਦੋਸਤਾਂ ਨਾਲ ਹੋ ਰਿਹਾ, ਖਾਣ ਵੇਲੇ ਹੋ ਰਿਹਾ, ਪੀਣ ਵੇਲੇ ਹੋ ਰਿਹਾ। ਬੰਦਾ ਹੈਗਾ ਹੀ ਹੋਰ। ਵਾਹ। ਸੋ ਇਸ ਕਰਕੇ ਬੰਦਾ ਬਹੁਤ ਰੰਗੀ ਆ। ਇਹਨਾਂ ਰੰਗਾਂ 'ਚੋਂ ਸਾਡੇ ਚੰਗੇ ਨਿਕਲੇ ਆਏ, ਕਈਆਂ ਦੇ ਪੀ ਕੇ ਖਿਲਰ ਜਾਂਦੇ ਹੋਣੇ ਹੋਰ। ਪੌਰਾ ਸਾਹਿਬ, ਰੰਗ ਤੁਸੀਂ ਸਾਰੇ ਹੀ ਮਾਣੇ ਹੈ ਨਾ, ਤੇ ਪੱਤਰਕਾਰੀ ਦਾ ਉਹ ਵੀ ਰੰਗ ਮਾਣਿਆ ਕਿ ਜਦੋਂ ਆਪ ਪਹੁੰਚ ਕੇ ਫੋਟੋ ਖਿੱਚਣੀ ਆ, ਫੋਟੋ ਫਿਰ ਫੜਾ ਕੇ ਵੀ ਆਉਣੀ ਆ, ਲਿਖਣਾ ਵੀ ਆ, ਸਾਰਾ ਕੁਝ ਉੱਥੇ ਜਾ ਕੇ ਕਰਨਾ ਵੀ ਆ, ਸਾਰਾ ਕੁਝ ਕੰਮ ਦੌੜ ਭਜਾਈ ਵਾਲਾ ਸੀਗਾ। ਅੱਜ ਤਾਂ ਘਰ ਬੈਠੇ ਆ, ਤੁਸੀਂ ਜਿੱਦਾਂ ਮਰਜ਼ੀ ਈਮੇਲ ਤੇ ਭੇਜ ਦਿਓ, WhatsApp ਰਾਹੀਂ ਭੇਜ ਦਿਓ। ਇਹ ਦੋਨੋਂ ਪੱਤਰਕਾਰੀਆਂ ਦੇ ਰੰਗ ਤੁਸੀਂ ਦੇਖੇ ਆ। ਅਜੋਕੇ ਸਮੇਂ ਦੀ ਪੱਤਰਕਾਰੀ ਤੁਹਾਨੂੰ ਕਿਹੋ ਜਿਹੀ ਲੱਗਦੀ ਆ?
ਦੇਖੋ ਗੱਲ ਇਹ ਹੈਗੀ ਆ ਜੋ ਜੇ ਤਾਂ ਤੁਸੀਂ ਦੇਖੋਗੇ ਕਿ ਉਸ ਸੰਦਰਭ 'ਚ ਵੀ ਪੱਤਰਕਾਰੀ ਮਿਹਨਤ ਕਰਦੇ ਸੀ ਫੋਟੋਆਂ ਦੇ, ਇੱਕ ਤਾਂ ਨਾ ਸਾਨੂੰ ਮੰਨ ਲੈਣਾ ਪਊਗਾ ਕਿ ਵਿਗਿਆਨ ਨੇ ਤਰੱਕੀ ਕਰਨੀ ਆ। ਸਾਡੇ ਹਲ ਬਜਾਲੀਆਂ ਖੂਹ ਗਾਦੀ ਟਿੰਡਾਂ ਇਹ ਮਿਊਜ਼ੀਅਮ ਦਾ ਹਿੱਸਾ ਬਣ ਗਏ। ਇਹ ਰਹਿਣਾ ਨਹੀਂ ਸੀਗਾ ਕਦੇ, ਦੁੱਧ ਵੇਚਣਾ ਤੇ ਪੁੱਤ ਵੇਚਣਾ ਇੱਕ ਗੱਲ ਸੀ, ਹੁਣ ਦੁੱਧ ਵਪਾਰ ਬਣ ਗਿਆ ਜੀ। ਇਹ ਨਹੀਂ ਰਹਿਣਾ ਸੀਗਾ ਮਤਲਬ। ਪਰ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਹੁਣ ਹਰ ਕੋਈ ਪੱਤਰਕਾਰ ਹੈ। ਇਸ ਕਰਕੇ ਹੈਗਾ ਵੀ ਹੁਣ ਮੈਂ ਕੋਈ ਟਿੱਪਣੀ ਨਹੀਂ ਕਰਨੀ, ਮੈਂ ਤੁਹਾਨੂੰ ਇਹ ਦੱਸ, ਕਿਉਂਕਿ ਇਸ ਦੇ ਯੁੱਗ 'ਚ ਕੋਈ ਸਭ ਸਿਆਣੇ ਹੋ ਗਏ ਨੇ ਜੀ। ਠੀਕ ਹੈ, ਜਿਵੇਂ ਮੈਂ ਕਿਹਾ ਨਾ ਵੀ ਇੰਟਰਨੈਟ ਦੀ ਦੁਨੀਆ ਨੇ ਸਭ ਕਰਤੇ ਲੋਕ ਸਿਆਣੇ। ਸੋ ਇਸ ਕਰਕੇ ਮੈਂ ਜਿਹੜਾ ਜੋ ਵੀ ਤੁਹਾਡੇ ਸਾਹਮਣੇ ਆਏਗਾ, ਕਿਉਂਕਿ ਇੱਕ ਮੈਂ ਜ਼ਰੂਰ ਕਹਾਂਗਾ, ਪੱਤਰਕਾਰੀ ਕੋਈ ਸਧਾਰਨ ਵਰਤਾਰਾ ਨਹੀਂ ਹੈਗਾ। ਪੱਤਰਕਾਰੀ ਬਹੁਤ ਜ਼ਿੰਮੇਵਾਰੀ ਗੱਲ ਹੈ। ਮੈਂ ਹੁਣ ਵੀ ਜਦੋਂ ਮੈਂ ਲੰਬੇ ਥੋੜ੍ਹੇ ਆਰਟੀਕਲ ਕਈ ਵਾਰੀ ਲਿਖਦਾ, ਕਈ ਕਿ ਮੈਂ ਪਾਕਿਸਤਾਨ ਵਾਲੇ, ਜਦੋਂ ਮੈਂ ਪਾਕਿਸਤਾਨ ਗਿਆ ਮੈਂ 4 ਕਿਸ਼ਤਾਂ 'ਚ ਲਿਖਿਆ, ਲੋਕਾਂ ਨੇ ਮੈਨੂੰ ਇਹ ਕਿਹਾ ਵੀ ਬਹੁਤ ਮਾੜਾ ਕੀਤਾ। ਮੈਂ ਡਰ ਗਿਆ, ਮੈਂ ਕਿਹਾ ਕੀ ਹੋਇਆ? ਕਹਿੰਦੇ 40 ਕਿਸ਼ਤਾਂ ਦਾ ਲਿਖਣੀਆਂ ਸੀ। ਜਦੋਂ ਪੜ੍ਹਨ ਦਾ ਸਵਾਦ ਆਇਆ ਥੋੜ੍ਹੀਆਂ ਕਿਸ਼ਤਾਂ ਮੁੱਕ ਗਈਆਂ। ਗੱਲ ਇਹ ਨਹੀਂ ਹੈਗਾ, ਜਿਹੜੀ ਇੱਕ ਤਾਂ ਹੈਗਾ ਕਿ ਤੁਸੀਂ ਜਿਹੜੀ ਕੋਈ ਵੀ ਲਿਖਤ ਲਿਖਦੇ ਹੋ, ਜਿਹੜਾ ਬੰਦਾ ਆਪਣੇ ਪਾਠਕ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਨਹੀਂ ਲੈ ਕੇ ਜਾਂਦਾ, ਚਾਹੇ ਪੱਤਰਕਾਰ ਹੈ ਚਾਹੇ ਲਿਖ ਰਿਹਾ, ਕੋਈ ਸਫਲ ਨਹੀਂ ਜੀ। ਜਿਹੜਾ ਬੰਦਾ ਆਪਣੀ ਸ਼ਾਇਰੀ ਵੀ ਆਪਣੀ ਕਿਤਾਬ 'ਚੋਂ ਕਾਪੀ 'ਚੋਂ ਪੜ੍ਹ ਕੇ ਸੁਣਾਉਂਦਾ, ਮੈਂ ਤੁਹਾਨੂੰ ਜਿੰਨੀ ਸ਼ਾਇਰੀ ਸੁਣਾ ਰਿਹਾ ਮੈਂ ਲਿਖੀ ਆ ਤੇ ਮੈਨੂੰ ਜ਼ਬਾਨੀ ਯਾਦ ਹੈ ਜੀ। ਸ਼ਾਇਰੀ ਜਿਹੜੀ ਹੈ ਨਾ, ਉਹ ਜਦੋਂ ਤੁਹਾਡਾ ਮਾਈਂਡ ਡਾਇਵਰਟ ਨਹੀਂ ਹੋਣਾ ਚਾਹੀਦਾ, ਪਹਿਲਾਂ ਪੜ੍ਹੋ ਫਿਰ ਸੁਣਾਓ। ਸੋ ਪੱਤਰਕਾਰੀ ਜਿਹੜੀ ਆ ਅੱਜ ਦੇ ਯੁੱਗ 'ਚ ਇਸ ਕਰਕੇ ਵੀ ਔਖੀ ਹੈ ਕਿ ਹੁਣ ਤੁਸੀਂ ਅੰਕੜੇ ਗਲਤ ਨਹੀਂ ਪੇਸ਼ ਕਰ ਸਕਦੇ। ਤੁਹਾਡੇ ਤੁਸੀਂ ਕਿਸੇ ਦੇ ਘਰ ਜਾਓਗੇ, ਤੁਹਾਡੇ ਉਹਨਾਂ ਦੇ ਪੇਰੈਂਟਸ ਕਹਿੰਦੇ ਸਾਡੇ ਫਲਾਨਾ ਆ, ਉਹ ਬੱਚੇ ਨਹੀਂ ਜਾਣਦੇ, ਅੰਦਰ ਇੰਟਰਨੈਟ ਦੀ ਫਟ ਚੈੱਕ ਕਰੇ ਹੋਣਗੇ ਵੀ ਇਹ ਬੰਦਾ ਕੀ ਹੈ। ਸੋਸ਼ਲ ਮੀਡੀਆ ਤੁਹਾਨੂੰ ਸਾਰਾ ਕੁਝ ਦੱਸਣ ਲੱਗ ਪਿਆ। ਅੱਜ ਕੱਲ੍ਹ ਅੰਬੈਸੀਆਂ ਜਾਂ ਹੋਰ ਹੈ, ਉਹ ਸਭ ਤੋਂ ਪਹਿਲਾਂ ਇਹ ਦਿਖਦੀਆਂ ਵੀ ਸੋਸ਼ਲ ਮੀਡੀਆ 'ਤੇ ਬੰਦੇ ਦੀ ਪਰਸਨੈਲਿਟੀ ਕੀ ਹੈ ਜੀ, ਬੰਦਾ ਹੈ ਕੌਣ ਹੈ। ਬਿਲਕੁਲ। ਅਤੇ ਇਸ ਕਰਕੇ ਉਹ ਦੌਰ ਹੋਰ ਸੀ, ਇਹ ਦੌਰ ਹੋਰ ਹੈ। ਹੁਣ ਲੋਕਾਂ ਕੋਲ ਲੰਬੇ ਪੜ੍ਹਨ ਦਾ ਸਮਾਂ ਨਹੀਂ ਹੈਗਾ, ਲੰਬੀਆਂ ਗੱਲਾਂ ਸੁਣਨ ਦਾ ਸਮਾਂ ਨਹੀਂ, ਕਿਉਂਕਿ ਜਦੋਂ ਹਰ ਕੋਈ ਸਿਆਣਾ ਹੋਵੇ ਜੀ, ਅਤੇ ਉਦੋਂ ਨਾ ਜਦੋਂ ਸਾਰੇ ਸੁਣਾਉਣ ਵਾਲੇ ਹੋਣ, ਸੁਣਨ ਵਾਲਾ ਘੱਟ ਜਾਵੇ, ਉਦੋਂ ਪੱਧਰ ਤਾਂ ਜਿਹੜਾ ਹੁੰਦਾ ਉਹ ਸਾਰਿਆਂ ਨੂੰ ਪਤਾ ਹੈ। ਬਿਲਕੁਲ ਜੀ। ਅਤੇ ਜੇਕਰ ਆਪਾਂ ਗੱਲ ਕਰਦੇ ਹਾਂ ਅਖਬਾਰ, ਕਿਤਾਬਾਂ, TV, ਰੇਡੀਓ, ਰਸਾਲੇ, ਇਹਨਾਂ ਸਾਰਿਆਂ ਦੇ ਨਾਲੋਂ ਤੁਹਾਨੂੰ ਅਸਰਦਾਰ ਕੀ ਲੱਗਦਾ ਜ਼ਿਆਦਾ? ਦੇਖੋ ਗੱਲ ਇਹ ਹੈਗੀ ਆ ਵੀ ਬਹੁਤ ਸਾਰੇ ਲੋਕਾਂ ਨੂੰ ਡਿਜੀਟਲ ਯੁੱਗ ਆ ਗਿਆ, ਹੋਰ ਆ ਗਿਆ ਨਾ, ਇਹ ਕਿਤਾਬਾਂ ਵੀ ਚੱਲਦੀਆਂ ਰਹਿਣੀਆਂ, ਅਖਬਾਰਾਂ ਵੀ ਚੱਲਦੀਆਂ ਰਹਿਣਗੀਆਂ, ਸਾਰੇ ਚੱਲਦੇ ਰਹਿਣਗੇ। ਇਹ ਹੈਗਾ ਕਿ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਸੀਂ ਬੰਦੇ ਦੇ ਆਪਣੇ ਟੇਸਟ ਨੇ, ਆਪਣੀ ਉਹਦੀ ਸੋਚ ਹੈ, ਉਹਨੂੰ ਜਿੱਥੋਂ ਲੱਭਦਾ ਇਹ ਉਹਨੂੰ ਉਹ ਉੱਥੇ ਹੀ ਜਾਏਗਾ। ਤੁਸੀਂ ਮੈਗਜ਼ੀਨਾਂ ਦੀ ਗੱਲ ਕੀਤੀ ਹੈ, ਕਈ ਵਾਰੀ ਇਹ ਸੀਗੇ ਜਦੋਂ ਅਸੀਂ ਠੰਡੂ ਰਾਮ ਉਹਨਾਂ ਨੂੰ ਸੁਣਦੇ ਹੁੰਦੇ ਸੀਗੇ, ਜਾਨਕੀ ਦਾਸ ਭਾਰਦਵਾਜ ਉਹਨਾਂ ਨੂੰ, ਅਤੇ ਸਾਨੂੰ ਇੱਦਾਂ ਲੱਗਦਾ ਸੀਗਾ ਵੀ ਇਹ ਮੰਡੀਆਂ ਦੇ ਭਾਅ ਇਹੀ ਆ, ਠੀਕ ਹੈ ਨਾ। ਹੁਣ ਤੁਹਾਨੂੰ ਕ੍ਰਾਸ ਵੈਰੀਫਿਕੇਸ਼ਨ ਆ ਗਈ ਵੀ ਅਸੀਂ ਤਾਂ ਵੈਦਰ ਦੇਖ ਲੈਂਦੇ ਪਏ ਸਵੇਰ ਨੂੰ ਕੀ ਆ। ਇੱਕ ਦਿੱਲੀ ਤੋਂ ਕੌਮੀ ਏਕਤਾ ਮੈਗਜ਼ੀਨ ਛਪਦਾ ਸੀ ਅਤੇ ਮੈਂ ਉਹਦੇ 'ਚ ਕਾਲਮ ਲਿਖਦਾ ਸੀਗਾ ਰਜਿੰਦਰ ਸਿੰਘ ਹੋਰਾਂ ਦਾ। ਉਹ ਇੱਥੋਂ ਅਸੀਂ ਜਲੰਧਰੋਂ ਮਿਲਦਾ ਸੀ ਬੱਸ ਸਟੈਂਡ ਤੋਂ, ਉੱਥੋਂ ਜਾ ਕੇ ਖਰੀਦਣਾ ਪੈਂਦਾ ਸੀ, 3 ਰੁਪਏ ਦਾ, ਫਿਰ 5 ਰੁਪਏ ਦਾ। ਤੁਸੀਂ ਦੇਖੋ ਮੈਗਜ਼ੀਨ ਸੀਗਾ ਜਿਹੜਾ ਪੈਸੇ ਦਿੰਦਾ ਸੀ। ਮੈਂ ਛੋਟੀ ਉਮਰ 'ਚ ਉਦੋਂ ਗੁਰਦੇਵ ਸਿੰਘ ਮਾਨ ਲਿਖਦਾ ਸੀ ਕੁੰਡਾ ਖੋਲ ਬਸੰਤਰੀਏ, ਸਰਵਣ ਸਿੰਘ ਲਿਖਦਾ ਖੇਡ ਮੈਦਾਨ ਤੋਂ, ਮਤਲਬ ਵੈਸੀ ਫਿਲਮਾਂ ਅਤੇ ਕਲਾ ਬਾਰੇ ਇੱਦਾਂ ਮੈਂ ਲਿਖਦਾ ਸੀਗਾ ਜੀ। ਅਤੇ ਉਹ ਇੱਕ ਮੈਗਜ਼ੀਨ 'ਚ ਜਿਹੜਾ ਉਹਦੇ 'ਚ ਛਪਿਆ, ਜਿਵੇਂ ਨਾਗਮਣੀ 'ਚ ਛਪਿਆ ਕੋਈ, ਜਾਂ ਉਹ ਸਮਝਦੇ ਸੀ ਕਿ ਮੈਨੂੰ ਰਿਕੋਗਨੀਸ਼ਨ ਹੋ ਗਈ। ਇੱਕ ਉਹ ਪੱਤਰਕਾਰੀ ਸੀ ਜੀ। ਇਹ ਹੈਗਾ ਕਿ ਤੁਹਾਡੀ ਰਿਕੋਗਨੀਸ਼ਨ ਹੁੰਦੀ ਕਿੱਥੇ ਆ ਜੀ, ਤੁਹਾਡੇ ਗੁਣ ਡਿਵੈਲਪ ਕਿੱਥੇ ਹੁੰਦੇ ਆ। ਇੱਕ ਹੈਗਾ ਪਾਠਕ ਨੂੰ, ਸੁਣਨ ਵਾਲੇ ਸਰੋਤੇ ਨੂੰ, ਤੁਸੀਂ ਜਿੱਥੇ ਮਰਜ਼ੀ ਲਾ ਲਓ ਉਹਨੇ ਲੱਗ ਜਾਣਾ। ਸ਼ਬਦਾਂ ਦਾ ਜਿਹੜਾ ਹੈਗਾ ਨਾ, ਸ਼ਬਦ ਜਿਹੜਾ ਉਹ ਜਿੰਨੇ ਮੈਂ ਸ਼ਬਦ ਲਿਖੇ ਨੇ ਜ਼ਿੰਦਗੀ 'ਚ, 26 ਕਿਤਾਬਾਂ ਲਿਖਤੀਆਂ, ਇੰਨੇ ਲੇਖ ਹੋ ਗਏ ਮੈਨੂੰ, 45 ਸਾਲ ਲਿਖਦੇ ਨੂੰ ਹੋ ਗਏ ਹਾਲੇ ਤੱਕ। ਜੋਗੀ ਜੀ ਤੁਹਾਡੇ ਵੀ ਕੰਮ ਦੀ ਗੱਲ ਦੱਸਣ ਲੱਗਾ, ਅੱਜ ਤੱਕ ਮੈਨੂੰ ਕਿਸੇ ਬੰਦੇ ਨੇ ਇਹ ਨਹੀਂ ਕਿਹਾ ਵੀ ਛੱਡ ਪਰੇ ਯਾਰ, ਹੁਣ ਆਹ ਗੱਲ ਨਹੀਂ ਬਣੀ ਜੀ। ਮੈਂ ਕਿਸੇ ਵੀ ਲਿਖਤ 'ਚ ਪੁਰਾਣਾ ਸ਼ਬਦ, ਪੁਰਾਣਾ ਮੁਹਾਵਰਾ ਤੇ ਪੁਰਾਣੀ ਗੱਲ ਨਹੀਂ ਵਰਤੀ ਜੀ। ਇਸ ਕਰਕੇ ਇੱਕ ਵੱਡੀ ਗੱਲ ਹੈ। ਇਸ ਕਰਕੇ ਮੇਰੀ ਮੈਨੂੰ ਕੋਈ ਗਿਲਾ ਨਹੀਂ, ਮੇਰਾ ਕੋਈ, ਲੋਕੀ ਕਹਿੰਦੇ ਕਿਤਾਬਾਂ ਪੜ੍ਹਦੇ ਜੀ, ਮੈਂ ਕਿਹੜਾ ਨੱਚਦਾ, ਲੋਕੀ ਮੈਨੂੰ ਪੜ੍ਹਦੇ ਕਰਕੇ ਜਾਣਦੇ ਆ ਨਾ। ਬਿਲਕੁਲ ਬਿਲਕੁਲ ਬਿਲਕੁਲ। ਜੇ ਦੁਨੀਆ ਨਾ ਘੱਟ ਨਹੀਂ ਤੋਲਦੀ ਜੋਗੀ ਜੀ, ਇਹ ਨੋਟ ਕਰਿਓ ਜ਼ਿੰਦਗੀ 'ਚ, ਦੁਨੀਆ 'ਚ ਚੰਗਾ ਕੌਣ ਹੈ ਮਾੜਾ ਕੌਣ ਹੈ, ਕਵੇ ਕੋਈ ਨਾ ਕਵੇ, ਦੁਨੀਆ ਨੂੰ ਸਭ ਪਤਾ। ਤੁਸੀਂ ਕੀ ਕਰ ਰਹੇ ਹੋ ਇਹ ਵੀ ਸਭ ਪਤਾ। ਬਿਲਕੁਲ। ਸੋ ਇਸ ਕਰਕੇ ਜਿਹੜਾ ਹੈਗਾ ਵੀ ਮੈਂ ਕਿਸੇ ਵੀ, ਕਿਉਂਕਿ ਮੇਰਾ ਪੱਤਰਕਾਰੀ ਜਿਹਾ ਹੋਰ ਹੈ ਨਾ,
ਸਾਰਿਆਂ 'ਚ ਬੜਾ ਸਾਰਿਆਂ ਦਾ ਮੈਂ ਅਦਬ ਕਰਦਾ। ਮੈਂ ਤਾਂ ਹਲੇ ਸਿੱਖ ਰਿਹਾ, ਮੈਂ ਤਾਂ ਹਲੇ ਕਿ ਮੈਂ ਭਾਈ ਬਲਜਿੰਦਰ ਸਿੰਘ ਉਹਨਾਂ ਨਾਲ ਇੰਨੇ 45-40 ਸਾਲ ਉਹਨਾਂ ਨਾਲ ਗੁਜ਼ਾਰਤੇ, ਉਹਨਾਂ ਨੇ ਮੈਨੂੰ ਪੁੱਤਾਂ ਵਾਂਗ ਪਾਲਿਆ, ਮੈਨੂੰ ਸਾਰੀ ਕੁਝ ਦੇਣ ਜਿਹੜੀ ਆ ਉਹਨਾਂ ਦੀ। ਹਾਲਾਂਕਿ ਰੇਡੀਓ ਔਰ ਜਲੰਧਰ ਦੂਰਦਰਸ਼ਨ ਜੀ ਜਿਹੜੀ ਬ੍ਰੌਡਕਾਸਟਰ ਦੀ ਤੁਸੀਂ ਗੱਲ ਕੀਤੀ ਸੀ ਨਾ, ਉਹ ਮੈਂ ਸਮਝਦਾ ਵੀ ਮੈਨੂੰ ਜਲੰਧਰ ਦੂਰਦਰਸ਼ਨ ਨੇ ਬਹੁਤ ਕੁਝ ਸਿਖਾਇਆ, ਬਹੁਤ ਕੁਝ ਦਿੱਤਾ। ਬਹੁਤ ਚੰਗੀ ਗੱਲ ਹੈ ਜੀ। ਔਰ ਸਭ ਤੋਂ ਵੱਡੀ ਗੱਲ ਹੈ ਕਿ ਮੈਨੂੰ ਬੜੀ ਅੱਛੀ ਗੱਲ ਲੱਗੀ ਕਿ ਇਸ ਮੁਕਾਮ ਤੇ ਜਾ ਕੇ ਵੀ ਜਿਹੜਾ ਤੁਸੀਂ ਕਹਿੰਦੇ ਹੋ ਨਾ ਕਿ ਮੈਂ ਸਿੱਖ ਰਿਹਾ, ਇਹ ਗਤੀਸ਼ੀਲਤਾ ਆ ਔਰ ਇਹ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ। ਤੇ ਇੱਕ ਆਖਰੀ ਸਵਾਲ ਕਰ ਲਈਏ, ਮੇਰੇ ਵੀ ਕਿਤੇ ਚੇਤਿਆਂ 'ਚ ਰਹਿ ਹੀ ਨਾ ਜਾਵੇ, ਮੁੜ ਕੇ ਮੈਂ ਫੋਨ ਕਰਦਾ ਫਿਰਾਂ। ਤੁਸੀਂ ਕਹਿੰਦੇ ਸੀ ਕਿ ਜਿਹੜੇ ਉਹ ਪੜ੍ਹਦੇ ਹੁੰਦੇ ਸੀ ਵੀ ਨਾਂ ਲਿਖਿਆ ਐਲਪੀ ਰਿਕਾਰਡ ਦੇ ਉੱਪਰ ਕਿ ਬਾਬੂ ਸਿੰਘ ਮਾਨ, ਦੇਵ ਤਰੀਕਿਆਂ ਵਾਲਾ, ਜਨਾਦਲਾ ਨੂਰਪੁਰੀ, ਤੁਸੀਂ ਸੋਚਦੇ ਸੀ ਕਿ ਯਾਰ ਇਹ ਬੰਦੇ ਬਹੁਤ ਅਮੀਰ ਹੋਣੇ ਆ। ਉਹ ਦੱਸ ਦਿਓ ਵੀ ਉਹ ਸੱਚ ਸੀ ਜਾਂ ਵਹਿਮ ਸੀ? ਨਹੀਂ ਦੇਖੋ, ਜੋਗੀ ਜੀ ਮੈਂ ਇਸ ਗੱਲ ਨੂੰ ਇਦਾਂ ਕਹਿਣਾ ਵੀ ਤੁਸੀਂ ਅਮੀਰੀ ਕਿਹਨੂੰ ਸਮਝਦੇ ਹੋ? ਤੁਸੀਂ ਅਮੀਰੀ ਪੈਸੇ ਦੀ ਸਮਝਦੇ ਹੋ? ਬਹੁਤ ਸਾਰੇ ਮੈਂ ਲੋਕਾਂ ਨੂੰ ਜਾਣਦਾ ਜਿਨ੍ਹਾਂ ਕੋਲ ਬਹੁਤ ਪੈਸਾ ਹੈ ਪਰ ਉਹਨਾਂ ਕੋਲ ਅਮੀਰੀ ਨਹੀਂ ਹੈਗੀ। ਅਮੀਰੀ ਜਿਹੜੀ ਹੈ ਨਾ ਉਹ ਚੰਗੇ ਸੰਬੰਧਾਂ ਦੀ ਹੈ। ਵਾਹ, ਪਹਿਲੀ ਗੱਲ, ਤੁਸੀਂ ਜਿੰਨਾ ਮੈਂ ਸਫ਼ਰ ਕਰਦਾ, ਜਿੰਨਾ ਮੈਂ ਤੁਰਿਆ ਫਿਰਦਾ ਦੁਨੀਆ 'ਚ, ਮੇਰੇ ਕੋਲ ਤਾਂ ਪੈਸਾ ਹੀ ਹੈ ਨਹੀਂ, ਪਰ ਤੁਸੀਂ ਮੈਨੂੰ ਪੁੱਛ ਕੇ ਦੇਖੋ ਮੈਂ ਚੋਂ ਘਟਿਆ ਕੀ ਆ। ਵਾਹ, ਇਹ ਮੈਨੂੰ ਪਤਾ। ਹਾਂ, ਮੈਂ ਪੈਸਾ ਨਹੀਂ, ਪੈਸਾ ਥੋੜਾ ਜਲੰਧਰ ਦੂਰਦਰਸ਼ਨ ਨੇ ਜੋ ਮੈਨੂੰ ਦਿੱਤਾ ਉਹ ਪੈਸੇ ਦੀ ਥੋੜਾ ਕਾਊਂਟਿੰਗ ਹੈ ਉਹਦੀ। ਜੋ ਮੈਨੂੰ ਅਜੀਤ ਅਖਬਾਰ ਨੇ ਦਿੱਤਾ ਉਹ ਪੈਸੇ ਦੀ ਥੋੜਾ ਗੱਲ ਹੈ। ਜਿਹੜਾ ਮੈਂ ਜਿੱਥੋਂ ਵੀ ਮੈਂ ਕੁਝ ਘਟਾ ਸਕਿਆ, ਮੈਂ ਕੌਮੀ ਏਕਤਾ ਸ਼ਬਦ ਆ ਰਿਹਾ। ਤੇ ਮੈਂ ਇੱਕ ਵਾਰੀ ਮੈਂ ਤੁਹਾਨੂੰ ਦੱਸਦਾ ਵੀ ਮੈਨੂੰ ਚੇਤਾ ਨਾ ਭੁੱਲ ਜਾਵੇ, ਮੈਂ ਨਾ ਬੜੇ ਇੱਥੋਂ ਬੰਗਿਆਂ ਤੋਂ ਬੱਸ ਜਾਂਦੀ ਹੁੰਦੀ ਸੀਗੀ ਤੇ ਮੈਂ ਪਤਾ ਨਹੀਂ ਉਦੋਂ 10.5 ਰੁਪਏ ਕਿਰਾਇਆ ਲੱਗਦਾ ਦਿੱਲੀ ਦਾ। ਮੈਂ ਨਾ ਮੈਨੂੰ ਕਿਸੇ ਨੇ ਕਹਿਤਾ ਨਾਗਬੜੀ ਸ਼ਬਦ, ਮੈਂ ਅਮਰਤਾ ਪ੍ਰੀਤਮ ਦੇ ਹਾਊਸ ਕਾਸ ਉੱਤੇ ਗਿਆ, 2 ਵਾਰੀ ਮਿਲੇ ਨੇ, ਤੀਜੀ ਵਾਰੀ ਮਿਲ ਗਿਆ। ਮੈਂ ਕਹਿੰਦਾ ਸਵੇਰੇ ਜਾਂ ਪਹੁੰਚਣਾ ਰਾਤ ਦੀ, ਵੈਸੇ ਤਾਂ ਸ਼ਾਮ ਨੂੰ ਮੁੜ ਕੇ ਆਉਣਾ। ਉਹ ਮੈਨੂੰ ਬਾਹਰ ਆਏ, ਮੈਂ ਛੋਟਾ ਜਿਹਾ ਬੰਦਾ, ਸਧਾਰਨ ਕੱਪੜੇ ਪਾਏ ਨਾ, ਤੇ ਮੈਨੂੰ ਕਹਿੰਦੇ ਵੀ ਤੂੰ ਕਾਕਾ ਆਉਂਦਾ ਕਿੱਦਾਂ? ਮੈਂ ਕਿਹਾ ਵੀ ਮੈਂ ਮੇਰਾ ਲਿਖਦਾ ਆ ਵੀ ਮੈਨੂੰ ਨਾਗਮਣੀ ਛਾਪ ਦਿਓ ਜਾਂ ਹੋਰ ਮੇਰੀ ਸ਼ਾਇਦ ਗੱਲ ਬਣ ਜਾਊਗੀ। ਉਹ ਮੈਨੂੰ ਕਹਿੰਦੀ ਕਾਕਾ ਹਲੇ ਤੇਰੇ ਬੱਸ ਦਾ ਰੋਗ ਨਹੀਂ। ਅੱਛਾ, ਨਾਗਮਣੀ। ਪਰ ਮੈਂ ਇਸ ਗੱਲ ਨੂੰ ਬੁਰਾ ਹੀ ਨਹੀਂ ਮਨਾਇਆ। ਮੈਨੂੰ ਲੱਗਦਾ ਕਿ ਮੇਰੇ ਬੱਸ ਦਾ ਰੋਗ ਹੀ ਨਹੀਂ ਹੋਣਾ। ਮੈਂ ਆਪ ਵੀ ਆ ਕੇ ਮੋੜ ਕੇ ਬੱਸ 'ਚ ਬਹਿ ਕੇ ਦੇਖਿਆ ਵੀ ਮੈਂ ਹਾਣਦਾ ਹੀ ਨਹੀਂ ਹੈਗਾ, ਮੇਰੇ ਤਾਂ ਹਲੇ ਕੱਪੜੇ ਨਹੀਂ ਪਾਉਣੇ ਆਉਂਦੇ, ਮੈਨੂੰ ਹੋਰ ਨਹੀਂ ਆਉਂਦਾ। ਪਰ ਇਹ ਹੈਗਾ ਕਿ ਉਹ ਇੱਦਾਂ ਦੀਆਂ ਗੱਲਾਂ ਸਿੱਖ ਕੇ ਮੈਂ ਫਿਰ ਬੱਸ 'ਚ ਆਇਆ। ਹੈ ਫਿਰ ਬੱਸ 'ਚ ਆਇਆ। ਹਾਂ ਕਹਿੰਦੇ ਸੀ ਬੱਸ ਦਾ ਰੋਗ ਨਹੀਂ। ਨਹੀਂ, ਬੱਸ ਦਾ ਇੱਕ ਕਲਾਸ ਗੱਲ ਜਿਹੜੀ ਮੈਨੂੰ ਜੋਗੀ ਜੀ ਪਹਿਲਾਂ ਤਾਂ ਚੰਗਾ ਲੱਗਾ ਬਹੁਤ ਸਾਰੀਆਂ ਗੱਲਾਂ ਕਰਕੇ। ਮੈਂ ਅਕਸਰ ਕਹਿੰਦਾ ਹੁੰਦਾ ਕਿ ਹਰੇਕ ਬੰਦੇ ਦੀ ਜੀਭ ਗਿੱਲੀ ਰਹਿੰਦੀ, ਤਿਲਕ ਜਾਂਦੀ, ਮੇਰੀ ਵੀ ਕਿਤੇ ਤਿਲਕੀ ਹੋਊਗੀ। ਇੱਕ ਜਿਹੜਾ ਨਾ ਬੰਦੇ ਨੂੰ ਇਹ ਸਾਰਿਆਂ ਲਈ ਮੈਂ ਕਹਿੰਦਾ ਕੋਈ ਕਹਿੰਦਾ ਸੰਦੇਸ਼ ਨਹੀਂ ਮੈਂ ਕੋਈ ਦਿੰਦਾ, ਮੈਂ ਬੰਦੇ ਆਪ ਸੰਦੇਸ਼ ਲੈਂਦਾ ਫਿਰਦਾ ਵੀ ਜਿਹੜਾ ਬੰਦਾ ਸਵੇਰ ਨੂੰ ਉੱਠਦਾ, ਉੱਠ ਕੇ ਖਾ ਲੈਂਦਾ, ਨਹਾ ਧੋ ਕੇ ਕੰਮ ਤੇ ਚੱਲ ਜਾਂਦਾ ਜਾਂ ਜੋ ਵੀ ਕੰਮ ਕਰਨ ਲੱਗ ਪੈਂਦਾ, ਫਿਰ ਆਉਂਦਾ ਆ ਕੇ ਰੋਟੀ ਖਾ ਲੈਂਦਾ, ਫਿਰ ਸੌਂ ਜਾਂਦਾ। ਫਿਰ ਉਹ ਚਾਹੇ ਇਹ ਕਿ ਮੈਨੂੰ ਦੁਨੀਆ ਸਲਾਮ ਕਰੇ, ਕਿਸੇ ਨੇ ਸਲਾਮ ਨਹੀਂ ਕਰਨੀ। ਦੁਨੀਆ ਤੇ ਸਮਾਜ ਉਹਨੂੰ ਸਲਾਮ ਕਰਦਾ ਜਿਹੜਾ ਸਮਾਜ ਨੂੰ ਕੁਛ ਦਿੰਦਾ। ਵਾਹ, ਤੁਸੀਂ ਖਾ ਕੇ ਸੌਂ ਗਏ, ਉੱਠ ਕੇ ਫਿਰ ਖਾ ਲਿਆ, ਇਹ ਸਭ ਬਹੁਤ ਕੁਛ ਲੋਕ ਕਰਦੇ ਨੇ। ਤੁਸੀਂ ਸਮਾਜ ਲਈ, ਤੁਸੀਂ ਸੁਸਾਇਟੀ ਲਈ, ਤੁਸੀਂ ਆਪਣੇ ਆਬੋ ਹਵਾ 'ਚ ਨਵੇਂ ਰੰਗ ਭਰ ਕੇ ਦੇਖੋ, ਸੁਸਾਇਟੀ ਨੂੰ ਕੁਛ ਦੇ ਕੇ ਦੇਖੋ, ਲੋਕੀ ਭੀੜ 'ਚੋਂ ਲੱਭ ਲਿਆਉਂਦੇ ਸਲਾਮ ਕਰਨੇ। ਵਾਹ। ਸੋ ਇਸ ਕਰਕੇ ਕੰਮ ਕਰਦੇ ਰਹਿਣਾ ਚਾਹੀਦਾ। ਮੈਂ ਸਮਝਦਾ ਪਈ ਮੈਂ ਆਪਾਂ ਖੁਸ਼ ਹਾਂ, ਆਪਾਂ ਜਿੰਨੀ ਕੁ ਉਮਰ ਹੈ, ਜਿੰਨੀ ਕੁ ਔਕਾਤ ਸੀ, ਜਿੰਨੀ ਕੁ ਗਰੀਬੀ ਸੀ, ਜਿੰਨਾ ਉਸ ਹਿਸਾਬ ਨਾਲ ਆਪਾਂ ਖੁਸ਼ ਹਾਂ ਕਿ ਇਸ ਉਮਰ 'ਚ ਇੰਨਾ ਕੁਛ ਵੀ ਮਿਲ ਸਕਦਾ ਸੀ। ਹਲੇ ਕਰ ਰਹੇ ਹਾਂ, ਸ਼ਾਇਦ ਫਿਰ ਕੁਛ ਮਿਲੇ। ਬਿਲਕੁਲ ਜੀ, ਬਹੁਤ ਹਲੇ ਸਾਨੂੰ ਤੁਹਾਡੇ ਕੋਲ ਆਸਾਂ ਉਮੀਦਾਂ ਬਹੁਤ ਸਾਰੀਆਂ ਹੈਗੀਆਂ, ਪੰਜਾਬ ਨੂੰ, ਪੰਜਾਬੀ ਨੂੰ, ਪੰਜਾਬੀਅਤ ਨੂੰ ਵੀ। ਔਰ ਮੈਨੂੰ ਲੱਗਦਾ ਕਿ ਇਸ ਗੱਲ ਤੋਂ ਬਾਅਦ ਬਾਕੀ ਗੱਲਾਂ ਕਰਨੀਆਂ ਸਾਰੀਆਂ ਬੇਮਾਇਨੇ ਹੋਣਗੀਆਂ। ਜਿੰਨੀਆਂ ਵੀ ਗੱਲਾਂ ਤੁਸੀਂ ਕੀਤੀਆਂ ਸੱਚੀ ਮੁੱਚੀ ਸੁੱਚੇ ਮੋਤੀ ਸੀ, ਅਸੀਂ ਚੁਗ ਲਏ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹ ਸਾਨੂੰ ਆਪਣੇ ਸਮੇਂ ਦੀ ਜਿਹੜੀ ਹੈ ਇਹ ਚੰਗੀ ਦਾਤ ਦਿੱਤੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭਰਾ ਸਾਹਿਬ। ਥੈਂਕ ਯੂ। ਸ਼ੁਕਰੀਆ ਜੀ ਸਾਡੇ ਦਰਸ਼ਕਾਂ ਦਾ ਵੀ ਕਿ ਉਹਨਾਂ ਨੇ ਸਾਡੀ ਇਸ ਖੂਬਸੂਰਤ ਗੱਲਬਾਤ ਨੂੰ ਸੁਣਿਆ। ਔਰ ਅਸੀਂ ਆਸ ਕਰਦੇ ਹਾਂ ਕਿ ਇਹਨਾਂ ਗੱਲਾਂ ਦੇ ਵਿੱਚੋਂ ਕੁਝ ਗੱਲਾਂ ਤੁਸੀਂ ਵੀ ਸਿੱਖੋਗੇ ਤਾਂ ਕਿ ਜ਼ਿੰਦਗੀ ਦੀ ਗੱਲ ਬਣ ਜਾਵੇ,